ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਵਾਹਿਗੁਰੂ ਸਾਹਿਬ ਜੀ। ਸਾਵਨ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ। ਮਨ ਤਨ ਰਤਾ ਸਚ ਰੰਗ, ਇਕੋ ਨਾਮ ਆਧਾਰ। ਸਾਵਨ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਹੁਤ ਪਵਿੱਤਰ ਸਲੋਗਨ ਸਾਨੂੰ ਦਿੱਤਾ ਹੈ ਫਤਿਹ ਦਾ। ਇਸ ਲਈ ਮੈਂ ਇਸ ਵਿਸਥਾਰ ਵਿੱਚ ਨਾ ਜਾਵਾਂ। ਸਾਰੀ ਸੰਗਤ ਇੱਕੋ ਬੇਨਤੀ ਤੇ ਭਾਈ ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਸ਼ਹੀਦਾਂ ਦੇ ਸਰਤਾਜ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ। ਇਹ 12 ਮਾਹਾਂ ਦੀ ਬਾਣੀ ਜਿੱਥੇ ਜਿੱਥੇ ਵੀ ਦੁਨੀਆ ਵਿੱਚ ਸਿੱਖ ਬੈਠੇ ਨੇ, ਬੜੇ ਪ੍ਰੇਮ ਦੇ ਨਾਲ ਇਹਨੂੰ ਨਿਤਨੇਮ ਦੇ ਰੂਪ ਵਿੱਚ ਵੀ ਪਾਠ ਕਰਦੇ ਨੇ ਬਹੁਤ ਸਾਰੇ ਸਿੱਖ। ਪਰ ਸੰਗਰਾਂਦ ਦੇ ਦਿਹਾੜੇ ਤੇ ਕਈ ਪਰਿਵਾਰ ਇਕੱਠੇ ਹੋ ਕੇ ਪਰਿਵਾਰ ਵਿੱਚ, ਕਈ ਮਹੱਲਾ ਇਕੱਠਾ ਹੋ ਕੇ ਗੁਰਦੁਆਰਾ ਸਾਹਿਬ ਵਿੱਚ, ਤੇ ਬਹੁਤ ਵੱਡੀ ਪੱਧਰ ਤੇ ਵੀ ਸੰਗਤ ਇਕੱਠੇ ਹੋ ਕੇ ਸੰਗਰਾਂਦ ਦਾ ਦਿਹਾੜਾ ਬਣਾ ਕੇ ਮਹੀਨੇ ਦਾ ਪਾਠ ਅਤੇ ਉਪਦੇਸ਼ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਪ੍ਰਾਪਤ ਕਰਦੇ ਨੇ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਇਹ ਵੱਖਰੀ ਤੇ ਨਿਰਾਲੀ ਸ਼ਾਨ ਸਿੱਖੀ ਨੂੰ ਬਖਸ਼ਣ ਵਾਸਤੇ ਇਹ ਵੱਡੇ ਪਰਉਪਕਾਰ ਕੀਤੇ ਨੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਵਿੱਚ ਸੰਗਤਾਂ ਨੂੰ ਉਤਾਰ ਰਹੇ ਨੇ, ਤੇ ਉੱਥੇ ਹੀ ਇੱਕ ਵਿਦਵਾਨ ਪੰਡਤ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਿ ਸਤਿਗੁਰੂ ਜੀ, ਸੰਗਰਾਂਦ ਨੂੰ ਸੰਗਤ ਬਹੁਤ ਇਕੱਠੀ ਹੁੰਦੀ ਹੈ, ਆਪ ਜੀ ਕਿਰਪਾ ਕਰੋ, ਮੈਂ ਮਹੀਨੇ ਦਾ ਉਪਦੇਸ਼ ਬਖਸ਼ ਦਿਆ ਕਰਾਂ, ਸੁਣਾ ਦਿਆ ਕਰਾਂ, ਤੇ ਉਹਦੇ ਨਾਲ ਮੇਰਾ ਵੀ ਗੁਜ਼ਾਰਾ ਚੱਲੇਗਾ, ਸੰਗਤ ਵੀ ਉਪਦੇਸ਼ ਲੈ ਕੇ ਜਾਇਆ ਕਰੇਗੀ। ਜਾਣੀ ਜਾਣ ਸਤਿਗੁਰੂ ਜੀ ਨੇ ਆਗਿਆ ਦੇ ਦਿੱਤੀ। ਉਸ ਨੇ ਆਪਣੇ ਵਿਚਾਰ ਹਰ ਮਹੀਨੇ ਸੰਗਤਾਂ ਨੂੰ ਸੁਣਾਉਣੇ। ਜੋ ਟਕਾ ਪੈਸਾ ਆਉਣਾ ਉਹ ਉਸਨੇ ਸਾਂਭ ਲੈਣਾ। ਉਸ ਦਾ ਰੁਜ਼ਗਾਰ ਚੰਗਾ ਚੱਲਿਆ। ਚਲਦਿਆਂ ਚਲਦਿਆਂ ਮਾਇਆ ਐਸੀ ਹੈ, ਇਹ ਵੱਡਿਆਂ ਵੱਡਿਆਂ ਦੇ ਮਨ ਵਿੱਚ ਹੰਕਾਰ ਪੈਦਾ ਕਰ ਦਿੰਦੀ ਹੈ। ਮਨ ਵਿੱਚ ਦੋ ਚੀਜ਼ਾਂ ਦਾ ਹੰਕਾਰ ਹੋ ਗਿਆ। ਇੱਕ ਤੇ ਮੈਂ ਬ੍ਰਾਹਮਣ ਜਾਤ ਦਾ ਹਾਂ, ਇਹ ਛਤਰੀ ਜਾਤ ਦੇ ਨੇ, ਇਹਨਾਂ ਨੂੰ ਲੋਕ ਗੁਰੂ ਮੰਨਦੇ ਨੇ ਤੇ ਉਪਦੇਸ਼ ਮੈਂ ਦਿੰਦਾ। ਸਵਰਨ ਜਾਤੀ ਨੂੰ ਇਸ ਗੱਲ ਤੇ ਧੱਕਾ ਲੱਗਦਾ ਹੈ, ਨਮੋਸ਼ੀ ਹੁੰਦੀ ਹੈ, ਇਸ ਕਰਕੇ ਇਸ ਸੰਗਰਾਂਦ ਤੇ ਮੈਂ ਨਹੀਂ ਜਾਵਾਂਗਾ। ਨਹੀਂ ਆਇਆ। ਬਾਬਾ ਬੁੱਢਾ ਜੀ ਨੇ ਸਿੰਘ ਸਿੱਖ ਭੇਜੇ ਵੀ ਜਾਓ ਭਾਈ ਲੈ ਆਓ। ਸਿੱਖ ਗਏ, ਨਾ ਆਇਆ, ਫਿਰ ਗਏ, ਫਿਰ ਨਾ ਆਇਆ। ਬਾਬਾ ਜੀ ਕਹਿੰਦੇ ਹੁਣ ਨਹੀਂ ਜਾਣਾ। ਸਮਾਂ ਆਇਆ ਉਪਦੇਸ਼ ਦਾ। ਸੰਗਤ ਬਹੁਤ ਇਕੱਤਰ ਹੋਈ। ਧੰਨ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਸੰਗਤਾਂ ਨੂੰ ਕਹਿੰਦੇ ਚਲੋ ਸਤਿਗੁਰੂ ਦੇ ਚਰਨਾਂ ਵਿੱਚ ਵਜਾ ਕੇ ਸਜੋ, ਗੁਰੂ ਸਾਹਿਬ ਉਪਦੇਸ਼ ਬਖਸ਼ਣਗੇ। ਸਾਧ ਸੰਗਤ ਜੀ, ਸੰਗਤ ਬਹੁਤ ਇਕੱਤਰ ਹੋਈ।
ਬਾਬਾ ਬੁੱਢਾ ਜੀ ਨੇ ਗਲ ਵਿੱਚ ਪੱਲਾ ਪਾਇਆ, ਖੜੇ ਹੋਏ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ। ਜਗਤ ਨੂੰ ਤਾਰਨਹਾਰ ਸਤਿਗੁਰੂ ਆਪ ਜੀ ਨੇ ਨਿਰੰਤਰ ਬਾਣੀ, ਸੁਤੰਤਰ ਬਾਣੀ, ਗੁਰੂ ਕੀ ਬਾਣੀ, ਧੁਰ ਕੀ ਬਾਣੀ ਰਚੀ। ਤੇ ਹਲੇ ਵੀ ਅਸੀਂ ਬ੍ਰਾਹਮਣ ਲੋਕਾਂ ਮਗਰ ਘੁੰਮਦੇ ਰਵਾਂਗੇ ਉਪਦੇਸ਼ ਲੈਣ ਲਈ। ਕੀ ਹੋਇਆ ਬਾਬਾ ਜੀ, ਦੱਸੀ ਸਾਰੀ ਘਟਨਾ। ਕਹਿੰਦੇ ਕੋਈ ਗੱਲ ਨਹੀਂ, ਸਤਿਗੁਰੂ ਕਿਰਪਾ ਕਰਨਗੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ 12 ਮਹਾ ਉਚਾਰਿਆ ਹੋਇਆ ਹੈ। ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਸੌਖੇ ਸ਼ਬਦਾਂ ਦੇ ਵਿੱਚ, ਅਰਥਾਂ ਦੇ ਵਿੱਚ ਆਪ ਜੀ ਕਿਰਪਾ ਕਰ ਦਿਓ। ਗੁਰਸਿੱਖਾਂ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਨੇ, ਜਿੱਥੇ ਅੱਜ ਕੱਲ੍ਹ ਦੀਵਾਨ ਸਜਦੇ ਨਾ, ਮੰਜੀ ਸਾਹਿਬ ਕਥਾ ਹੁੰਦੀ ਹੈ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਹੈ। ਜਦੋਂ ਆਪਾਂ ਅੰਦਰ ਜਾਂਦੇ ਹਾਂ ਸੱਜੇ ਪਾਸੇ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਤੇ ਮੰਜੀ ਸਾਹਿਬ ਹੈ। ਇਸੇ ਕਰਕੇ ਹੀ ਦੀਵਾਨ ਹਾਲ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਂ ਹੈ। ਉਸ ਜਗ੍ਹਾ ਤੇ ਸੱਜ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਤੇ ਨਾਲ ਵਰ ਦਿੱਤੇ ਕਿ ਗੁਰਸਿੱਖ ਜਿਹੜੇ ਵੀ ਇਸ ਬਾਣੀ ਨੂੰ ਪੜ੍ਹਨਗੇ, ਸੁਣਨਗੇ, ਉਪਦੇਸ਼ ਅਪਣਾਉਣਗੇ, ਮੰਨਣਗੇ, ਗੁਰੂ ਦੇ ਲੜ ਲੱਗਣਗੇ, ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਕਮਾਉਣਗੇ, ਬਹੁਤ ਭਲਾ ਹੋਵੇਗਾ ਉਹਨਾਂ ਦਾ। ਸੋ ਅੱਜ ਸਾਵਣ ਦਾ ਮਹੀਨਾ ਆਰੰਭ ਹੋ ਰਿਹਾ ਹੈ। ਸਾਧ ਸੰਗਤ ਜੀ, ਹਾੜ ਦਾ ਮਹੀਨਾ ਅੱਜ ਸਮਾਪਤ ਹੋ ਗਿਆ। ਇੰਨੀ ਤਪਸ਼ ਤੋਂ ਬਾਅਦ ਜਦੋਂ ਇਹਨੂੰ ਬਰਸਾਤਾਂ ਦਾ ਮਹੀਨਾ ਵੀ ਮੰਨਿਆ ਜਾਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿੰਨੀ ਵੀ ਬਾਣੀ ਹੈ, ਇਹ ਜੀਵ ਇਸ ਦੇ ਭੇਦ ਨੂੰ ਮੇਟਣ ਵਾਸਤੇ, ਜੀਵ ਨੂੰ ਇਸਤਰੀ ਰੂਪ ਸੰਬੋਧਨ ਕਰਕੇ ਸਤਿਗੁਰੂ ਜੀ ਨੇ ਬਾਣੀ ਵਰਣਨ ਕੀਤੀ ਹੈ ਤਾਂ ਕਿ ਸਾਡੀ ਸਮਝ ਵਿੱਚ ਪੈ ਜਾਵੇ। ਜਦੋਂ ਆਪਾਂ ਦੇਖਾਂਗੇ ਬਹੁਤ ਸਾਰੇ, ਕਿਉਂਕਿ ਜਿਨ੍ਹਾਂ ਨੂੰ ਭੁੱਲੜ ਸਿੱਧੇ ਸਾਧੇ ਲੋਕ ਮੰਨਦੇ ਸਨ, ਵਿਦਵਾਨ ਪੰਡਤ ਲੋਕ, ਉਹ ਖੇਤੀ ਦਾ ਕੰਮ ਕਰਦੇ ਸੀ, ਜ਼ਿਮੀਂਦਾਰਾਂ ਦਾ ਕੰਮ ਕਰਦੇ ਸੀ ਤੇ ਸਤਿਗੁਰੂ ਨੇ ਬਹੁਤ ਸਾਰੀ ਬਾਣੀ ਉਸ ਢੰਗ ਨਾਲ ਉਪਦੇਸ਼ ਦੇ ਕੇ ਸਾਨੂੰ ਉਪਦੇਸ਼ ਬਖਸ਼ਿਆ। ਜਿਵੇਂ ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਇਹ ਤਾਦਿਕ ਬਹੁਤ ਸਾਰੀ ਬਾਣੀ ਹੋਰ ਵੀ ਹੈ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਇਆ, ਕਪਾ, ਸੰਤੋਖ, ਸੂਤ, ਜਤ, ਕੰਢੀ, ਸਤ, ਵਟ, ਇਹੋ ਜਿਹੇ ਉਪਦੇਸ਼ ਬੜੇ ਡੂੰਘੇ ਸੀ, ਪਰ ਰੋਜ਼ ਦੀ ਕਿਰਤ ਨਾਲ ਜੋੜ ਕੇ ਸਾਨੂੰ ਬਖਸ਼ਿਸ਼ ਕੀਤੇ। ਆਓ ਸਤਿਗੁਰੂ ਪਾਤਸ਼ਾਹ ਜੀ ਜੋ ਸਾਵਣ ਦੇ ਮਹੀਨੇ ਵਿੱਚ, ਕਿਉਂਕਿ ਅੱਜ ਮਹਾਨ ਸ਼ਹੀਦ, ਮਹਾਨ ਪਰਉਪਕਾਰੀ, ਮਹਾਨ ਸੰਤ, ਮਹਾਨ ਗੁਰੂ ਕਾ ਸਿੱਖ ਭਾਈ ਤਾਰੂ ਸਿੰਘ, ਉਹਨਾਂ ਦਾ ਸ਼ਹੀਦੀ ਦਿਵਸ ਵੀ ਹੈ। ਉਹਨਾਂ ਦੀ ਸ਼ਹੀਦੀ ਬਾਰੇ, ਉਹਨਾਂ ਦੇ ਜੀਵਨ ਬਾਰੇ ਵੀ ਕੁਝ ਕੁ ਬੇਨਤੀਆਂ ਸੰਗਤਾਂ ਨਾਲ ਕਰਨੀਆਂ ਹਨ। ਆਓ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਵਣ ਦੇ ਮਹੀਨੇ ਵਿੱਚ ਕਿਰਪਾ ਕਰ ਰਹੇ ਹਨ। ਸ਼ਰਧਾ ਪ੍ਰੇਮ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਸਾਵਨ ਸਰਸੀ ਕਾਮਨੀ, ਚਰਨ ਕਮਲ ਸਿਉ ਪਿਆਰ। ਹਜੂਰ ਫਰਮਾਉਂਦੇ ਹਨ ਸਾਵਣ ਸਰਸੀ ਕਾਮਨੀ। ਕਹਿੰਦੇ ਭਾਈ, ਕਾਮਣਾ ਦੇ ਸਹਿਤ ਗੁਰੂ ਕੇ ਜਗਿਆਸੂ ਪਿਆਰੇ, ਕਾਮਣੀਆਂ ਪਰਮੇਸ਼ਰ ਦੀਆਂ ਇਸਤਰੀਆਂ, ਉਹ ਰਾਹ ਦੇ ਸਹਿਤ ਹੁੰਦੀਆਂ ਹਨ। ਕਾਮਣ ਸਰਸੀ ਕਾਮਣੀ, ਕਿਹੜੀਆਂ ਭਾਈ? ਚਰਨ ਕਮਲ ਸਿਉ ਪਿਆਰ, ਜਿਨ੍ਹਾਂ ਦਾ ਸਤਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਹੈ। ਇੱਥੇ ਸਤਿਗੁਰੂ ਜੀ ਨੇ ਭਾਵੇਂ ਖੁਲਾਸਾ ਵੀ ਕੀਤਾ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਜਿਹੜਾ ਗੁਰੂ ਕਾ ਸ਼ਬਦ ਹੈ ਨਾ, ਇਹ ਗੁਰੂ ਕੇ ਚਰਨ ਹਨ। ਇਸ ਵਾਸਤੇ ਭਾਈ ਜੇ ਦੁਨਿਆਵੀ ਉਦਾਹਰਨਾਂ ਦੇਖੀਏ ਤਾਂ ਜਿਹੜੇ ਲੋਕ ਆਪਣੇ ਆਪ ਨੂੰ ਅੱਜ ਬ੍ਰਹਮ ਮੰਨ ਕੇ ਬੈਠੇ ਨੇ, ਝੂਠੇ, ਪਖੰਡੀ, ਡੰਬੀ ਆ, ਉਹ ਵੀ ਆਪਣੇ ਚਰਨੀ ਹੱਥ ਲਵਾਉਂਦੇ ਨੇ, ਪੈਰਾਂ ਨੂੰ ਹੱਥ ਲਵਾਉਂਦੇ ਨੇ। ਤੇ ਭਾਈ ਮਹਾਰਾਜ ਨੇ ਤੇ ਕਿਹਾ ਇਹ ਚਰਨ ਹਿਰਦੇ 'ਚ ਵਸਾਉਣੇ ਆ। ਹੁਣ ਜਿਹੜੇ ਆਮ ਮਨੁੱਖ ਦੇ ਚਰਨ ਹੈ, ਜਿਨ੍ਹਾਂ ਦੀ ਕੋਈ ਗ੍ਰਹਿਣੀ ਨਹੀਂ, ਕਰਨੀ ਨਹੀਂ, ਕਥਨੀ ਨਹੀਂ, ਨਿਤਨੇਮ ਨਹੀਂ, ਬਾਣੀ ਨਹੀਂ, ਕੇਵਲ ਝੂਠ, ਪਖੰਡ, ਉਹ ਪਖੰਡ ਦੇ ਸਹਾਰੇ ਆਪਣੀ ਦੁਕਾਨ ਚਲਾਉਂਦੇ ਨੇ। ਤੇ ਉਹਨਾਂ ਦੇ ਚਰਨ ਹਿਰਦੇ 'ਚ ਕਿਵੇਂ ਵਸਾਓਗੇ? ਜੇ ਬੂਟੀ ਬੂਟੀ ਕਰਕੇ ਕੱਟ ਕੇ ਕੋਈ ਖਾ ਵੀ ਲਵੇ ਤੇ ਫਿਰ ਤਾਂ ਚਰਨ ਰਿਹਾ ਹੀ ਨਾ, ਪਹਿਲਾਂ ਹੀ ਮਾਸ ਦੀਆਂ ਬੂਟੀਆਂ ਬਣ ਗਿਆ। ਐਸਾ ਹੁੰਦਾ ਨਹੀਂ। ਪਰ ਮੰਨ ਲਓ
ਇਹ ਤੇ ਕੇਵਲ ਨਾਮ ਹੈ, ਚਿੱਤ ਚਰਨ ਨਾਮ, ਚਿੱਤ 'ਚ ਜਾਣ ਵਾਲਾ ਜਿਹੜਾ ਚਰਨ ਹੈ ਉਹ ਨਾਮ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਵੈਸੇ ਜਦੋਂ ਸ਼ਬਦਾਂ ਦੇ ਵਿੱਚ ਗੁਰੂ ਕੇ ਸਿੱਖਾਂ ਨੇ, ਲਿਖਾਰੀਆਂ ਨੇ, ਕਵੀਆਂ ਨੇ ਗੁਰੂ ਸਾਹਿਬ ਦੀ ਸ਼ੋਭਾ ਵਰਣਨ ਕੀਤੀ ਹੈ ਨਾ, ਫਿਰ ਚਰਨਾਂ ਦੀ ਸ਼ੋਭਾ ਵੀ ਬੜੀ ਕੀਤੀ ਹੈ। ਸੋ 52 ਕਵੀਆਂ ਦੇ ਵਿੱਚ ਕਵੀ ਹੋਏ ਨੇ ਭਾਈ ਨਿਹਾਲ ਸਿੰਘ। ਜੇ ਆਪਾਂ ਕਵੀਆਂ ਦੀ ਕਿਰਤ ਪੜ੍ਹਾਂਗੇ ਨਾ, ਇੱਕ ਤੋਂ ਇੱਕ ਵੱਧ ਕੇ ਕਵੀ ਹੈ। ਵੱਡੇ ਵੱਡੇ ਲਿਖਾਰੀਆਂ ਨੂੰ, ਵੱਡੇ ਵੱਡੇ ਕਵੀਆਂ ਨੂੰ, ਧਰੰਤਰਾਂ ਨੂੰ ਉਹਨਾਂ ਨੇ ਮਾਤ ਪਾ ਦਿੱਤੀ। ਇਹੋ ਜਿਹੀ ਕਵਿਤਾ ਲਿਖੀ ਉਹਨਾਂ ਨੇ। ਭਾਈ ਨਿਹਾਲ ਸਿੰਘ ਜੀ ਸਤਿਗੁਰੂ ਪਾਤਸ਼ਾਹ ਦੇ ਚਰਨ ਬੋਸੀ ਸੇਵਾ ਕਰ ਰਹੇ ਨੇ, ਤੇ ਮਨ ਵਿੱਚ ਖਿਆਲ ਆਇਆ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਕਿਹੋ ਜਿਹੇ ਨੇ, ਕਿਹੋ ਜਿਹੇ ਚਰਨ ਨੇ। ਤੇ ਫਿਰ ਸਤਿਗੁਰੂ ਦੇ ਪਾਸੋਂ ਚਾਰਾਂ ਹੀ ਯੁੱਗਾਂ ਦੀ, ਪਹਿਲੇ 3 ਯੁੱਗਾਂ ਦੀ ਕਥਾ ਸੁਣੀ ਸੀ ਨਾ, ਵੀ ਕਿਹੜੇ ਕਿਹੜੇ ਯੁੱਗ 'ਚ ਕਿਹੋ ਜਿਹੇ ਰੂਪ ਵਿੱਚ ਪਰਮਾਤਮਾ ਨੇ ਆਪਦੇ ਸੇਵਕਾਂ ਦਾ, ਜਗਿਆਸੂਆਂ ਦਾ ਭਲਾ ਕੀਤਾ, ਪਰਉਪਕਾਰ ਕੀਤੇ ਨੇ, ਪਾਰ ਉਤਾਰੇ ਕੀਤੇ ਨੇ। ਤੇ ਜਿਹੜੀ ਦੌਲਤ ਨੂੰ ਦੁਨੀਆ ਪੂਜਦੀ ਹੈ, ਤੇ ਉਹ ਦੌਲਤ ਲక్ష్ਮੀ ਦੇ ਰੂਪ ਵਿੱਚ ਪ੍ਰਭੂ ਦੇ ਚਰਨਾਂ ਨੂੰ ਕਿਵੇਂ ਪੂਜਦੀ ਆ, ਇਹ ਸਾਖੀਆਂ ਪ੍ਰਮਾਣਾ ਸਹਿਤ ਗੁਰੂ ਕੇ ਕਵੀਆਂ ਨੇ ਸੁਣੀਆਂ ਹੋਈਆਂ ਸਨ। ਇਸ ਕਰਕੇ ਜਿਹੜੀ ਕਵਿਤਾ ਲਿਖਦੇ ਸੀ ਨਾ, ਯਥਾਰਥ ਕਵਿਤਾ ਹੁੰਦੀ ਸੀ। ਉਹ ਇਦਾਂ ਦਾ ਨਹੀਂ ਕਿ ਅੱਖਰ ਨਾਲ ਤਾਈ ਜੋੜੀ ਉਹਦਾ ਕੋਈ ਅਰਥ ਹੀ ਨਾ ਬਣੇ, ਇਸ ਤਰ੍ਹਾਂ ਦੀ ਕਵਿਤਾ ਨਹੀਂ ਸੀ ਹੁੰਦੀ। ਤੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਬਾਰੇ ਜੋ ਲਿਖਦੇ ਨਾ ਭਾਈ ਨਿਹਾਲ ਸਿੰਘ ਕਵੀ ਜੀ, ਉਹ ਕਹਿੰਦੇ ਮਹਾਰਾਜ ਆਪ ਦੇ ਚਰਨ ਕਿਹੋ ਜਿਹੇ ਨੇ। ਉਹ ਕਹਿੰਦੇ ਜੋਈ ਚਰਨ ਜੋਈ ਭਾਵ ਲక్ష్ਮੀ ਝਸਤ ਮੰਝ ਦੀਨਾਨਾਥ। ਕਹਿੰਦੇ ਮਹਾਰਾਜ ਜਿਹੜੇ ਪੈਰਾਂ ਨੂੰ ਦੁਨੀਆ ਦੀ ਲੌਤ ਪਾਸ ਬੈਠੀ ਬੀਬੀ ਕਬਲਾ ਦਾਸੀ, ਕਹਿੰਦੇ ਉਹ ਆਪ ਦੇ ਚਰਨਾਂ ਨੂੰ ਝਸਦੀ ਹੈ, ਚਰਨਾਂ ਦੀ ਸੇਵਾ ਕਰਦੀ ਹੈ। ਇੱਕ ਤੇ ਉਹੋ ਜਿਹੇ ਚਰਨ ਨੇ ਜੋਈ ਭਾਵ ਲక్ష్ਮੀ ਝਸਤ ਮੰਝ ਦੀਨਾਨਾਥ। ਜੋਈ ਭਾਵ ਨਾਂਗੇ ਦੌੜੇ ਗਜ ਹੇਤ ਹੇਰੇ ਹੈ। ਕਹਿੰਦੇ ਜਿਹੜੇ ਪੈਰ ਐਰਾਪਤ ਹਾਥੀ ਨੇ ਜਦੋਂ ਪਰਾਬਾਣੀ ਦੇ ਰਾਹੀਂ ਫਰਿਆਦ ਕੀਤੀ ਸੀ, ਉਸ ਡੁੱਬਦੇ ਨੂੰ ਤਦੂਆਂ ਦੀਆਂ ਤਾਰਾਂ ਕੱਟ ਕੇ ਮਹਾਰਾਜ ਕਰ ਚੱਕਰ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੱਕਰ ਸੁਦਰਸ਼ਨ ਚੱਕਰ ਹੱਥ ਤੇ ਲੈ ਕੇ ਗਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ ਸਤਿਗੁਰੂ ਦੀ ਬਾਣੀ ਫਰਮਾਉਂਦੀ, ਜਿਵੇਂ ਮਹਾਰਾਜ ਉਹਨਾਂ ਨੰਗੇ ਪੈਰੀਂ ਦੌੜ ਕੇ ਕੋਈ ਰੱਥ ਨਹੀਂ ਲਿਆ, ਕੋਈ ਸਵਾਰੀ ਨਹੀਂ ਲਈ, ਤੇ ਜਿਵੇਂ ਉਸ ਦੀ ਹਾਥੀ ਦੀ ਮਦਦ ਕੀਤੀ, ਉਹੋ ਜਿਹੇ ਪੈਰ ਆਪ ਜੀ ਦੇ। ਤੇ ਨਾਲ ਫਰਮਾਉਂਦੇ ਨੇ ਜੋਈ ਭਾਵ ਗੌਤਮ ਕੀ ਨਾਰਦ ਕੋ ਸੁਖਤ ਪਏ। ਜੋਈ ਭਾਵ ਗੌਤਮ ਕੀ ਨਾਰ ਕੋ ਸੁਖਦ ਪਏ। ਗੌਤਮ ਰਿਸ਼ੀ ਸੀ, ਉਸਦੇ ਘਰ ਵਾਲੀ ਸੀ ਅਹਲਿਆ। ਉਸਨੇ ਘਰੋਂ ਕੱਢ ਦਿੱਤੀ ਸੀ ਕਿ ਤੇਰਾ ਇੰਦਰ ਦੇ ਨਾਲ ਪ੍ਰੇਮ ਹੈ, ਤੇ ਸ਼ਰਾਪ ਦੇ ਦਿੱਤਾ ਸੀ, ਸਿਲਾ ਬਣਾ ਦਿੱਤੀ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਗੌਤਮ ਸਤੀ ਸਿਲਾ ਨਿਸਤਰੀ ਬਾਣੀ ਵਿੱਚ ਮਹਾਰਾਜ ਫਰਮਾਉਂਦੇ ਨੇ ਕਿ ਜਦੋਂ ਉਸ ਮੌਕੇ ਦੇ ਭਗਵਾਨ ਨੇ ਆ ਕੇ ਅਕਾਲ ਪੁਰਖ ਰੂਪ ਨੇ ਚਰਨ ਸੁਹਾਏ ਉਸ ਸਿਲਾ ਨੂੰ, ਤੇ ਉਹ ਸਰਜੀਤ ਹੋ ਗਈ ਸੀ। ਕਹਿੰਦੇ ਜੋਈ ਭਾਵ ਗੌਤਮ ਕੀ ਨਾਰ ਕੋ ਸੁਖਤ ਪਏ। ਜਿਹੜੇ ਅਹਲਿਆ ਨੂੰ ਸੁਖ ਦੇਣ ਵਾਲੇ ਚਰਨ ਬਣੇ ਸੀ, ਉਹ ਚਰਨ ਨੇ। ਤੇ ਫਿਰ ਅੱਗੇ ਫਰਮਾਉਂਦੇ ਨੇ ਉਹ ਵੀ ਮਹਾਰਾਜ ਜੀ ਉਹਨਾਂ ਚਰਨਾਂ ਨਾਲ ਵੀ ਸ਼ੋਭਾ ਆਪ ਜੀ ਦੀ ਕਰੀਏ, ਤੇ ਉਦੋਂ ਵੀ ਕਿਤੇ ਵੱਧ ਕੇ ਆਪ ਜੀ ਦੇ ਚਰਨੇ। ਜੋਈ ਭਾਵ ਮੇਦੀ ਕੇ ਪਾਛੇ, ਕਹਿੰਦੇ ਜੋਈ ਭਾਵ ਮੇਦਨੀ ਕੇ ਪਾਛੇ ਚੇਰੇ ਪਏ। ਕਹਿੰਦੇ ਬੇਦਕੀ ਇੱਥੇ ਕਿਹਾ ਛੋਟੀ ਜਾਤ ਨੂੰ। ਕਹਿੰਦੇ ਜਿਹੜੇ ਭਾਵ ਸੈਣ ਭਗਤ ਦੇ ਭਗਤੀ ਵਿੱਚ ਲੀਨ ਹੋਇਆ ਤੋਂ ਮੌਕੇ ਦੇ ਰਾਜਾ ਰਾਮ ਦੀ ਸੇਵਾ ਵਿੱਚ ਨਹੀਂ ਸੀ ਜਾ ਸਕਿਆ, ਤੇ ਮਹਾਰਾਜ ਉਹਦੀ ਥਾਂ ਕਿ ਤੁਸੀਂ ਨੰਗੇ ਪੈਰੀਂ ਜਾ ਕੇ ਹਾਜ਼ਰੀ ਭਰੀ ਸੀ। ਇਹ ਅਕਾਲ ਪੁਰਖ ਵਾਹਿਗੁਰੂ,
ਤੇ ਉਹਦਾ ਹਮੇਸ਼ਾ ਵਾਸਤੇ ਦੁੱਖ ਕੱਟ ਦਿੱਤਾ ਸੀ। ਇੰਨਾ ਆਰਾਮ ਮਿਲਿਆ, ਸੈਣ ਜੀ ਤੇ ਜਾ ਨਹੀਂ ਸਕੇ ਸੀ, ਆਪਣੀ ਭਗਤੀ ਵਿੱਚ ਲੀਨ ਰਹੇ, ਪਰ ਉਹਦੀ ਥਾਂ ਤੇ ਹਾਜ਼ਰੀ ਤੁਸੀਂ ਦਿੱਤੀ। ਜੋਈ ਭਾਵ ਰਿਸ਼ੀ ਮੁਨੀ ਸਭੀ ਸੇਵਤ ਭਏ। ਕਹਿੰਦੇ ਭਾਈ ਜਿਨ੍ਹਾਂ ਪੈਰਾਂ ਨੂੰ ਰਿਸ਼ੀ ਮੁਨੀ ਸਾਰੇ ਸੇਵਦੇ ਆ, ਜਿਹਦੀ ਸੇਵਾ ਕਰਦੇ ਆ, ਜੋਈ ਭਾਵ ਕਾਜੀ ਨੇ ਪਕੜ ਕੇ ਫੇਰੇ ਹੈ। ਕਹਿੰਦੇ ਜਿਹੜੇ ਪੈਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਫੜ ਕੇ ਕਾਜੀ ਜੀਵਨ ਨੇ ਫੜ ਕੇ ਘੁਮਾ ਦਿੱਤੇ ਸੀ ਨਾ, ਵੀ ਕਾਬੇ ਵੱਲ ਪੈਰ ਪਰ ਕੇ ਪਏ ਹੋ ਤੁਸੀਂ। ਮਹਾਰਾਜ ਕਹਿੰਦੇ ਥੱਕੇ ਆ ਭਾਈ, ਜਿੱਧਰ ਕਾਬਾ ਨਹੀਂ, ਰੱਬ ਨਹੀਂ, ਅੱਲਾ ਨਹੀਂ, ਉਧਰਲੇ ਪਾਸੇ ਕਰਦੇ। ਤੇ ਗੁੱਸੇ ਦੇ ਵਿੱਚ ਜਿਵੇਂ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਟੰਗੋਂ ਪਕੜ ਘੜੀਸਿਆ, ਸਿੱਧੀ ਪੰਜਾਬੀ ਠੇਠ ਬੋਲੀ। ਮਹਾਰਾਜ ਨੂੰ ਚਰਨਾਂ ਤੋਂ ਫੜ ਕੇ ਘੜੀਸਿਆ, ਧੂ ਕੇ ਪਾਸੇ ਕੀਤਾ, ਤੇ ਪਰ ਨਾਲ ਹੀ ਮੱਕਾ ਫਿਰ ਗਿਆ। ਕਹਿੰਦੇ ਜੋਈ ਭਾਵ ਕਾਜੀ ਨੇ ਪਕੜ ਕਰ ਫੇਰੇ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਿਬ ਮੁਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਖੋਜ ਖੋਜ ਦੇਖੇ ਸੋਈ ਪਾਪ ਤੇਰੇ। ਕਹਿੰਦੇ ਬਹੁਤ ਖੋਜ ਕੇ ਦੇਖਿਆ। ਕਵੀ ਨਿਹਾਲ ਸਿੰਘ ਜੀ ਕਹਿੰਦੇ ਮਹਾਰਾਜ ਆਪ ਹੀ ਦੇ ਪਵਿੱਤਰ ਚਰਨ ਹਨ, ਤੇ ਇਹ ਸਾਵਣ ਸਰਸੀ ਕਮਨੀ ਚਰਨ ਕਮਲ ਸਿਓ ਪਿਆਰ। ਜਿਹਦਾ ਇਹੋ ਜਿਹੇ ਚਰਨਾਂ ਦੇ ਨਾਲ ਪਿਆਰ ਹੈ ਸਾਧ ਸੰਗਤ ਜੀ, ਉਹ ਅਸਲ ਵਿੱਚ ਗੁਰਸਿੱਖ ਜਗਿਆਸੂ ਕਾਮਣੀਆਂ ਹਨ। ਮਨ ਤਨ ਰਤਾ ਸੱਚ ਰੰਗ। ਉਹਨਾਂ ਮਨ ਕਰਕੇ ਵੀ ਤੇ ਤਨ ਕਰਕੇ ਵੀ ਸੇਵਾ 'ਚ ਲੱਗੇ ਹੋਏ ਨੇ, ਮਨ ਕਰਕੇ ਸਿਮਰਨ ਵਿੱਚ ਲੱਗੇ ਹੋਏ ਨੇ, ਉਹ ਸੱਚੇ ਨਾਮ ਵਿੱਚ ਰੰਗੇ ਹੋਏ ਨੇ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨੇ ਲਾਗਾ ਦਾਗਾ। ਇੱਕੋ ਨਾਮ ਆਧਾਰ। ਉਹਨਾਂ ਨੇ ਹੋਰ ਆਸਰਾ ਨਹੀਂ ਤੱਕਿਆ ਕੋਈ, ਵੀ ਮੜੀਆਂ ਤੇ ਜਾ ਕੇ ਮੱਥਾ ਟੇਕ ਲਿਆ, ਕਬਰਾਂ ਤੇ ਵੀ ਚਾਦਰਾਂ ਚੜਾਤੀਆਂ। ਨਹੀਂ ਭਾਈ, ਇੱਕੋ ਇੱਕ ਪਰਮੇਸ਼ਰ ਨੂੰ ਆਪਣਾ ਆਸਰਾ ਮੰਨ ਕੇ ਉਹਦੇ ਨਾਲ ਹੀ ਜੁੜੇ ਹੋਏ ਹਨ। ਕੇਵਲ ਗੁਰਬਾਣੀ ਨਾਲ ਜੁੜੇ, ਉਹਨੇ ਮੰਨ ਲਿਆ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇੱਕੋ ਨਾਮ ਦੇ ਨਾਲ ਜੁੜੇ ਹੋਏ ਹਨ। ਵੇਖਿਆ ਰੰਗ ਕੁੜਾਵਿਆ। ਉਹਨਾਂ ਨੇ ਵੇਖ ਲਿਆ ਕਿ ਜਿਹੜਾ ਮਾਇਆ ਦਾ ਰੰਗ ਹੈ ਇਹ ਬਿਨਸ ਜਾਣ ਵਾਲਾ ਹੈ, ਇਹ ਝੂਠਾ ਹੈ, ਇਹ ਇਸ ਦੁਨੀਆ ਤੱਕ ਸੀਮਿਤ ਹੈ, ਇਸ ਦੁਨੀਆ ਤੱਕ ਵੀ ਪੂਰਾ ਕਈ ਵਾਰ ਨਹੀਂ ਨਿਭਦਾ। ਇਸ ਵਾਸਤੇ ਇਹ ਝੂਠਾ ਰੰਗ ਹੈ। ਦਿਸਨ ਸਭੇ ਸ਼ਾਰ। ਇਸ ਵਾਸਤੇ ਇਹ ਜੋ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹ ਸਾਰਾ ਦਿਸਣ ਵਾਲਾ ਨਾਸਵੰਤ ਸੰਸਾਰ ਹੈ। ਹਰ ਅੰਮ੍ਰਿਤ ਬੂੰਦ ਸੁਹਾਵਣੀ। ਤੇ ਫਿਰ ਗੁਰੂ ਕੇ ਸਿੱਖ ਜਗਿਆਸੂ ਅਰਦਾਸਾਂ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਣੂਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਅੰਮ੍ਰਿਤ ਬੂੰਦ ਸੁਹਾਵਣੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਅੰਮ੍ਰਿਤ ਦੀ ਬੂੰਦ ਕਣੀ ਸਾਨੂੰ ਮਿਲ ਜਾਵੇ, ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਜੀਵਨ ਨੂੰ ਸੁਖਤ ਕਰਨ ਵਾਸਤੇ, ਜੀਵਨ ਨੂੰ ਸਫਲ ਕਰਨ ਵਾਸਤੇ ਉਹ ਸੁਹਾਵਣੀ ਸਾਬਤ ਹੋਵੇਗੀ। ਮਿਲ ਸਾਧੂ ਪੀਵਨ ਹਾਰ। ਤੇ ਉਹ ਬੂੰਦ ਮਿਲ ਵੀ ਜਾਵੇ ਤੇ ਛਕਣੀ ਕਿਵੇਂ ਹੈ ਭਾਈ? ਤੇ ਫਿਰ ਜਿਵੇਂ ਗੁਰੂ ਕੇ ਸਿੱਖ ਕੀਰਤਨੀਏ ਕੀਰਤਨ ਕਰਦੇ ਨੇ, ਰੈਣ ਸਬਾਈ ਕੀਰਤਨ ਹੁੰਦੇ ਨੇ, ਗੁਰੂ ਕੇ ਸਿੱਖ ਸਿਮਰਨ ਦੇ ਰਾਹੀਂ ਪੀਂਦੇ ਨੇ। ਆਓ ਇੱਕ ਮਿੰਟ ਵਾਸਤੇ ਭਾਈ ਸਾਰੇ ਆਪਾਂ ਵੀ ਛਕ ਲਈਏ, ਅੰਮ੍ਰਿਤ ਬੂੰਦ ਨੂੰ ਛਕ ਲਈਏ ਸਾਰੇ ਹੀ। ਸਾਰੇ ਜਪਿਓ ਗੱਜ ਕੇ, ਵਾਹਿਗੁਰੂ 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 ਵਾਹਿਗੁਰੂ। ਜਦੋਂ ਸਾਧੂ ਮਹਾਤਮਾ ਕੋਲ ਜਾਓਗੇ ਨਾ, ਜਿਹੜਾ ਸੱਚਾ ਸਾਧੂ ਹੈ, ਮਹਾਤਮਾ ਹੈ, ਜਦੋਂ ਉਹਨੂੰ ਜਾ ਕੇ ਫਤਿਹ ਬੁਲਾਓਗੇ, ਨਮਸਕਾਰ ਕਰੋਗੇ, ਤੇ ਉਹ ਕੀ ਪੁੱਛੇਗਾ ਭਾਈ? ਉਹ ਪੁੱਛੇਗਾ ਭਾਈ ਨਿਤਨੇਮ ਕਰਦਾ ਹੁੰਦਾ, ਬਾਣੀ ਪੜ੍ਹਦਾ ਹੁੰਦਾ, ਅੰਮ੍ਰਿਤ ਵੇਲੇ ਉੱਠਦਾ ਹੁੰਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦਾ। ਉਹ ਸੰਸਾਰੀ ਗੱਲ ਬਾਅਦ ਚ ਭਾਵੇਂ ਕਰੇ, ਪਰ ਪਹਿਲਾਂ ਸਭ ਤੋਂ ਗੁਰਸਿੱਖ ਦੇ ਜੀਵਨ ਨੂੰ ਸੁਧਾਰਨ ਵਾਸਤੇ ਉਹਦੀ ਸਾਰੀ ਜੀਵਨ ਸੰਥਿਆ ਵਿੱਚ ਇੱਕ ਨਕਸ਼ਾ ਸਾਹਮਣੇ ਲਿਆ ਦੇਗਾ ਵੀ ਆਹ ਕੰਮ ਤੈਨੂੰ ਕਰਨੇ ਚਾਹੀਦੇ ਆ। ਜੇ ਤਾਂ ਕਰਦਾ ਤਾਂ ਗੁਰੂ ਕਾ ਸਿੱਖ ਪ੍ਰਸੰਨ ਹੋਵੇਗਾ ਵੀ ਧੰਨ ਹੈ ਮਹਾਂਪੁਰਖ ਇਹ, ਜਿਹਨੇ ਮੈਨੂੰ
ਇਹ ਯਾਦਾਸ਼ਤ ਦਿਲਾਈ ਹੈ। ਪਰ ਜੇ ਨਹੀਂ ਵੀ ਕਰਦਾ ਤੇ ਮਨ ਵਿੱਚ ਪਾਛਾਤਾਪ ਹੋਵੇਗਾ ਵੀ ਕੰਮ ਤੇ ਆਏ ਸੀ ਕਰਨ ਵਾਲਾ ਤੇ ਮੈਂ ਕਰਦਾ ਹੀ ਨਹੀਂ। ਇਸ ਵਾਸਤੇ ਮਿਲ ਸਾਧੂ ਪੀਵਨਹਾਰ, ਇਹੋ ਜਿਹੇ ਸਾਧੂਆਂ ਦੇ ਵਿੱਚ ਮਿਲ ਕੇ ਸਾਧ ਸੰਗਤ ਜੀ ਇਹੋ ਜਿਹੀ ਅੰਮ੍ਰਿਤ ਬੂੰਦ ਨੂੰ ਪੀਤਾ ਜਾ ਸਕਦਾ, ਛਕਿਆ ਜਾ ਸਕਦਾ ਹੈ। ਮਹਾਰਾਜ ਕਿਰਪਾ ਕਰਦੇ ਹਨ। ਜੇ ਭਾਈ ਸਾਧੂਆਂ ਦੀ ਸੰਗਤ ਮਿਲ ਜਾਵੇ ਤੇ ਇਹ ਆਨੰਦ ਲੈਣਾ ਚਾਹੀਦਾ ਹੈ। ਤੈਨ ਪ੍ਰਭ ਸੰਗ ਮੌਲਿਆ, ਫਿਰ ਭਾਈ ਵਣ ਤਿਨ ਪ੍ਰਭ ਸੰਗ ਮੌਲਿਆ, ਇਹ ਸਾਵਣ ਦੇ ਮਹੀਨੇ ਦੀ ਗਾਥਾ ਵੀ ਨਾਲ ਕਰਦੇ ਨੇ ਕਿ ਜਦੋਂ ਅੰਬਰ ਦੀ ਵਰੀ ਹੋਈ ਬੂੰਦ ਇਸ ਧਰਤੀ ਤੇ ਪੈਂਦੀ ਹੈ ਤੇ ਫਿਰ ਸਾਧ ਸੰਗਤ ਜੀ ਜਿੰਨੇ ਵਣ ਤ੍ਰਿੰਨੇ ਬਾਗ ਬੂਟੇ ਨੇ ਸਭ ਹਰੇ ਭਰੇ ਹੋ ਜਾਂਦੇ ਨੇ। ਤੇ ਮਹਾਰਾਜ ਕਹਿੰਦੇ ਗੁਰਸਿੱਖ ਦੀ ਹਾਲਤ ਵੀ ਇਹੀ ਹੈ। ਜਦੋਂ ਇਹ ਨਾਮ ਅੰਮ੍ਰਿਤ ਦੀ ਬੂੰਦ ਗੁਰਸਿੱਖ ਦੇ ਮਨ ਵਿੱਚ ਪੈਂਦੀ ਹੈ ਤੇ ਫਿਰ ਸ਼ੁਭ ਗੁਣਾਂ ਦੀ ਸਾਰੀ ਕੀਤੀ, ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਵਰਗੇ ਸ਼ੁਭ ਗੁਣ ਹਰੇ ਭਰੇ ਹੋ ਜਾਂਦੇ ਨੇ। ਸਮਰਥ ਪੁਰਖ ਅਪਾਰ, ਇਹ ਦੇ ਕੌਣ ਸਕਦਾ ਹੈ ਭਾਈ? ਜਿਹੜਾ ਸਰਬ ਕਲਾ ਸਮਰੱਥ ਸਤਿਗੁਰੂ ਹੈ ਉਹ ਭਾਈ ਇਹਨਾਂ ਗੁਣਾਂ ਨੂੰ ਦੇ ਸਕਦਾ, ਬਖਸ਼ ਸਕਦਾ, ਬਖਸ਼ਿਸ਼ ਕਰ ਦਿੰਦਾ ਹੈ। ਹਰ ਮਿਲਨੈ ਨੋ ਮਨ ਲੋਚਦਾ, ਜੇ ਭਾਈ ਮਨ ਦੇ ਵਿੱਚ ਇੱਛਾ ਹੈ, ਮਨ ਦੇ ਵਿੱਚ ਚਾਹਨਾ ਹੈ, ਲੋਚਾ ਲੱਗੀ ਹੋਈ ਹੈ ਕਿ ਸਾਡਾ ਪ੍ਰਭੂ ਦੇ ਨਾਲ ਮਿਲਾਪ ਹੋ ਜਾਵੇ, ਜਿਵੇਂ ਜਿਹੜੀ ਸਤਪਰਤਗੀ ਔਰਤ ਹੈ ਉਹ ਪਤੀ ਦੇ ਵਿਛੋੜੇ ਨੂੰ ਹਮੇਸ਼ਾ ਸਹਿੰਦੀ ਰਹਿੰਦੀ ਔਰ ਸੋਚਦੀ ਰਹਿੰਦੀ, ਮਨ ਵਿੱਚ ਆਸ ਲੱਗੀ ਰਹਿੰਦੀ ਹੈ ਜੇ ਮੇਰਾ ਘਰ ਵਾਲਾ ਪ੍ਰਦੇਸ਼ ਗਿਆ ਤੇ ਕਦੋਂ ਆਵੇ, ਜੇ ਕਿਤੇ ਡਿਊਟੀ ਤੇ ਕੁਝ ਦਿਨਾਂ ਵਾਸਤੇ ਗਿਆ ਫਿਰ ਵੀ ਕਦੋਂ ਘਰ ਆਵੇ, ਜੇ ਸਵੇਰ ਦਾ ਹੀ ਘਰੋਂ ਗਿਆ ਸ਼ਾਮ ਨੂੰ ਆਉਣਾ ਤਾਂ ਵੀ ਮਨ ਵਿੱਚ ਲੋਚ ਲੱਗੀ ਰਹਿੰਦੀ। ਮਹਾਰਾਜ ਇਸ ਜਿਗਿਆਸੂ ਨੂੰ ਕਹਿੰਦੇ ਆ, ਇਹ ਜੀਵ ਰੂਪ ਇਸਤਰੀ ਤੂੰ ਤੇ ਪਰਮਾਤਮਾ ਨਾਲੋਂ ਵਿਛੜੀ ਹੋਈ ਹੈ। ਜੇ ਤੇਰੇ ਮਨ ਵਿੱਚ ਲੋਕ ਹੈ, ਪ੍ਰਬਲੋਚ ਹੈ ਪ੍ਰਭੂ ਨੂੰ ਮਿਲਣ ਵਾਸਤੇ, ਕਰਮ ਮਿਲਾਵਨ ਹਾਰ, ਫਿਰ ਭਾਈ ਕਰਮ ਦੋ ਚੀਜ਼ਾਂ ਦਾ ਨਾਮ ਹੈ। ਇੱਕ ਤਾਂ ਮਹਾਰਾਜ ਨੇ ਪਹਿਲਾਂ ਹੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਮੁੱਢ ਚ ਕਿਹਾ ਨਾ ਕਿ ਭਾਈ ਅਸੀਂ ਆਪਣੀ ਕਿਰਤ ਕਰਕੇ ਜਿਹੜੇ ਸਾਡੇ ਸੰਚਿਤ ਕਰਮ ਬਣੇ ਆ ਨਾ ਉਹਨਾਂ ਕਰਕੇ ਵਿਛੜੇ ਹੋਏ ਆ। ਤੇ ਇੱਕ ਕਰਮ ਨਾਮ ਬਖਸ਼ਿਸ਼ ਦਾ ਹੈ। ਇਸ ਵਾਸਤੇ ਭਾਈ ਇਹ ਦੋਨੇ ਚੀਜ਼ਾਂ ਜ਼ਰੂਰੀ ਹੈ। ਸਾਡੀ ਕਿਰਤ ਕਰਮ ਵੀ ਸੱਚੀ ਤੇ ਸੁੱਚੀ ਹੋਵੇ ਤੇ ਨਾਲ ਅਰਦਾਸ ਹੋਵੇ, ਮਹਾਰਾਜ ਕਰਮ ਆਪ ਜੀ ਦਾ ਫਜ਼ਲ ਹੋਵੇ, ਆਪ ਜੀ ਦੀ ਮਿਹਰ ਹੋਵੇ, ਇਹ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਹੋਵੇ ਤੇ ਕਰਮਾਂ ਕਰਕੇ ਆਪ ਦੀ ਨਦਰੀ ਨਦਰ ਕਰਕੇ ਹੀ ਪ੍ਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ। ਜਿਨੀ ਸਖੀਏ ਪ੍ਰਭ ਪਾਇਆ, ਜਿਨ੍ਹਾਂ ਸਖੀਆਂ ਨੇ ਉਸ ਪ੍ਰਭੂ ਨੂੰ ਸਿਮਰਨ ਕਰਕੇ ਉਹਦੇ ਨਾਲ ਪ੍ਰੇਮ ਕਰਕੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਪਾਲਿਆ ਪ੍ਰਾਪਤ ਕਰ ਲਿਆ। ਹਾਂ ਤਿਨ ਕਾ ਸਦ ਬਲਿਹਾਰ, ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਇਸ ਦੇ ਭਾਈ ਉਹਨਾਂ ਤੋਂ ਬਲਿਹਾਰ ਜਾਂਦੇ ਆ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਨਾਨਕ ਹਰ ਜੀ ਮਾਇਆ ਕਰ, ਅੱਜ ਦੇਖੋ ਕਿਵੇਂ ਮੇਲ ਹੈ। ਜਦੋਂ ਸਾਵਣ ਦਾ ਮਹੀਨਾ ਆਏਗਾ ਨਾ ਤੇ ਨਾਲ ਭਾਈ ਤਾਰੂ ਸਿੰਘ ਜੀ ਦੀ ਯਾਦ ਆਏਗੀ। ਸ਼ਬਦ ਦੇ ਨਾਲ ਕਿਵੇਂ ਮੇਲ ਖਾਂਦੀ ਹੈ ਸ਼ਹੀਦੀ ਭਾਈ ਸਾਹਿਬ ਦੀ ਸਾਉਣ ਦੇ ਮਹੀਨੇ ਨਾਲ। ਸਤਿਗੁਰੂ ਪਾਤਸ਼ਾਹ ਜੀ ਮੁੱਢ ਵਿੱਚ ਫਰਮਾਉਂਦੇ ਨੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਜਿਨ੍ਹਾਂ ਦਾ ਪਿਆਰ ਸਤਿਗੁਰੂ ਨਾਲ ਹੈ। ਭਾਈ ਸਾਹਿਬ ਦਾ ਪਿੰਡ ਪੂਲਾ ਹੈ, ਲਾਹੌਰ ਤੋਂ 30 ਕਿਲੋਮੀਟਰ ਦੂਰ ਹੈ। ਜੇ ਸਾਈਡ ਨੂੰ ਗਿਣੀਏ ਤਾਂ 55-56 ਕਿਲੋਮੀਟਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ। ਪੂਲਾ ਪਿੰਡ ਹੈ। ਜਿਨ੍ਹਾਂ ਦੇ ਪਿਤਾ ਜੋਧ ਸਿੰਘ ਜਿਹੜੇ ਮੁਕਤਸਰ ਸਾਹਿਬ ਦੀ ਜੰਗ ਵਿੱਚ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਨਿਸ਼ਾਵਰ ਹੋ ਗਏ ਸਨ। ਚਮਕੌਰ ਵਾਹਿਗੁਰੂ ਮੁਕਤਸਰ ਸਾਹਿਬ ਦੇ ਯੁੱਧ ਵਿੱਚ ਸ਼ਹੀਦ ਹੋ ਗਏ ਸਨ। ਉਦੋਂ ਹਲੇ ਭਾਈ ਸਾਹਿਬ ਦੀ ਉਮਰ ਬਹੁਤ ਛੋਟੀ ਸੀ। ਮਾਤਾ ਨੇ ਪਾਲਿਆ, ਇੱਕ ਪੁੱਤਰ ਹੈ, ਇੱਕ ਪੁੱਤਰੀ ਹੈ। ਪੁੱਤਰੀ ਦਾ ਨਾਮ ਤਾਰੋ ਹੈ। ਅੰਮ੍ਰਿਤ ਛਕ ਕੇ ਉਸ ਦਾ ਨਾਮ ਕਰਤਾਰ ਕੌਰ ਰੱਖਿਆ ਗਿਆ। ਸਾਧ ਸੰਗਤ ਜਿਵੇਂ ਜਿਵੇਂ ਪੁੱਤਰ ਵੱਡਾ ਹੋਇਆ, ਸਮੇਂ ਦੇ ਹਾਲਾਤ ਵੇਖਦਾ ਹੈ, ਕਿਰਤ ਕਰਦਾ ਹੈ, ਜ਼ਮੀਨ ਜਾਇਦਾਦ ਚੰਗੀ ਹੈ ਤੇ ਘਰ ਖੇਤਾਂ ਵਿੱਚ ਹੈ।
ਤੇ ਰਸਤੇ ਦੇ ਨੇੜੇ ਹੈ। ਸਾਧ ਸੰਗਤ ਜੀ, ਲਾਹੌਰ ਤੋਂ ਭਿੱਖੀਵਿੰਡ ਨੂੰ ਇਸ ਪਾਸੇ ਨੂੰ ਰਸਤਾ ਆਉਂਦਾ ਹੈ, ਉਸ ਪਾਸੇ ਪਿੰਡ ਪੈਂਦਾ ਤੇ ਆਉਣ ਜਾਣ ਵਾਲੇ ਗੁਰਸਿੱਖ ਜਿਗਿਆਸੂ ਜੇ ਕਿ ਲੋੜਵੰਦ ਪ੍ਰਸ਼ਾਦਾ ਛਕਦੇ ਨੇ। ਤੇ ਭਾਈ ਸਾਹਿਬ ਬਿਨਾਂ ਕਿਸੇ ਵਿਤਕਰੇ, ਭਾਵੇਂ ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਲੋੜਵੰਦ ਨੂੰ ਪ੍ਰਸ਼ਾਦਾ ਛਕਾਉਂਦੇ ਨੇ। ਔਰ ਉਹ ਕਮਾਈ ਵਾਲੀ ਮਾਤਾ, ਭਾਈ ਸਾਹਿਬ ਦੀ ਮਾਤਾ, ਜਿਹਨੇ ਪੁੱਤਰ ਦੇ ਫੁਰਨੇ ਤੇ ਬੜੀ ਪ੍ਰਸੰਨਤਾ ਜ਼ਾਹਰ ਕੀਤੀ ਕਿ ਪੁੱਤਰ, ਇਹ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਇਹੋ ਜਿਹੇ ਫੁਰਨੇ ਪੈਦਾ ਹੁੰਦੇ ਨੇ। ਤੇਰੇ ਮਨ ਵਿੱਚ ਚਾਅ ਪੈਦਾ ਹੋਇਆ ਹੈ ਕਿ ਦਸਾਂ ਨੌਂ ਦੀ ਕਿਰਤ ਕਰਕੇ ਮੈਂ ਲੰਗਰ ਲਾਉਣੇ ਨੇ, ਸੇਵਾ ਕਰਨੀ ਹੈ, ਤੇ ਅਸੀਂ ਜਿੰਨਾ ਹੋ ਸਕਿਆ ਤੇਰੀ ਸੇਵਾ ਕਰਾਂਗੇ। ਸਮਾਂ ਚੱਲਦਾ ਗਿਆ। ਸਾਧ ਸੰਗਤ, ਇਲਾਕੇ ਵਿੱਚ ਭਾਈ ਸਾਹਿਬ ਦਾ ਬੜਾ ਜਸ ਹੋਇਆ, ਬੜੇ ਮਸ਼ਹੂਰ ਹੋ ਗਏ ਤੇ ਉਮਰ ਵੱਧਦੀ ਜਵਾਨੀ ਦੀਆਂ ਦਲੀਜਾਂ ਵਿੱਚ ਪੈਰ ਰੱਖੇ ਭਾਈ ਸਾਹਿਬ ਨੇ। ਤੇ ਸਮੇਂ ਦੇ ਹਾਲਾਤ ਨੇ, ਲਾਹੌਰ ਦਾ ਸੂਬਾ ਜ਼ਕਰੀਆ ਖਾਨ ਹੈ, ਸਿੱਖਾਂ ਦਾ ਦੁਸ਼ਮਣ ਹੈ। ਸਾਧ ਸੰਗਤ, 4 ਸਪੇਰੇ ਸਿੱਖਾਂ ਦਾ ਘਾਣ ਕਰਨ ਵਾਸਤੇ ਤੁਲਿਆ ਹੋਇਆ ਹੈ। ਗੁਰੂ ਕੇ ਸਿੱਖ ਜੰਗਲਾਂ ਬੇਲਿਆਂ ਵਿੱਚ ਰਹਿਣ ਵਾਸਤੇ ਮਜਬੂਰ ਨੇ। ਤੇ ਕਦੇ ਕਦੇ ਕੋਈ ਸਿੱਖ ਉਹ ਵੀ ਜਿਹੜੇ ਭਾਰਤ ਦੀ ਆਜ਼ਾਦੀ ਲਈ ਲੜ ਰਹੇ ਨੇ, ਜਿਹੜੇ ਇਸਲਾਮਿਕ ਲੋਕਾਂ ਦੀ ਇਹਨਾਂ ਦੀ ਗੁਲਾਮੀ ਮੰਨਣ ਨੂੰ ਤਿਆਰ ਨਹੀਂ ਸਨ, ਉਹ ਵੀ ਕਦੇ ਕਦੇ ਆਉਂਦੇ ਤੇ ਭਾਈ ਸਾਹਿਬ ਦੇ ਕੋਲੇ ਕੁਝ ਸਮਾਂ ਆਰਾਮ ਕਰਦੇ, ਪ੍ਰਸ਼ਾਦਾ ਛਕਦੇ। ਤੇ ਕਈ ਵਾਰੀ ਦੱਸ ਜਾਂਦੇ ਕਿ ਇਹਨਾਂ ਝੱਲਾਂ ਦੇ ਵਿੱਚ ਕੁਝ ਖਾਲਸੇ ਭੁੱਖੇ ਧਿਆਏ ਨੇ। ਤੇ ਭਾਈ ਸਾਹਿਬ ਮਾਤਾ ਨੂੰ ਕਹਿੰਦੇ ਕਿ ਮਾਤਾ ਲੰਗਰ ਤਿਆਰ ਕਰੋ। ਤਿਆਰ ਕਰਕੇ ਉਹਨਾਂ ਝੱਲਾਂ ਦੇ ਵਿੱਚ ਵੀ ਜਾ ਕੇ, ਜੰਗਲ ਬੀਆਬਾਨਾਂ ਦੇ ਵਿੱਚ ਵੀ ਜਾ ਕੇ ਲੰਗਰ ਛਕਾ ਆਉਂਦੇ। ਤੇ ਜਦੋਂ ਲੰਗਰ ਛਕਾਉਂਦੇ, ਮੌਕੇ ਦਾ ਜਥੇਦਾਰ ਲੰਗਰ ਛਕਦਾ ਤੇ ਨਾਲ ਅਰਦਾਸ ਕਰਦਾ ਕਿ ਸਤਿਗੁਰੂ ਜੀ, ਇਹ ਗੁਰੂ ਕੇ ਪਿਆਰੇ ਨੌਜਵਾਨ ਨੇ ਦਸਾਂ ਨੌਂ ਦੀ ਕਿਰਤ ਵਿੱਚ ਆਪ ਜੀ ਦੇ ਖਾਲਸੇ ਨੂੰ ਲੰਗਰ ਛਕਾਇਆ, ਕਿਰਪਾ ਕਰਿਓ, ਇਹਨੂੰ ਨਾਮ ਦੀ ਸਿੱਖੀ ਦੀ ਦਾਤ ਬਖਸ਼ਿਓ, ਉਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਰਹਿਮਤ ਹੋਵੇ ਆਪ ਜੀ ਦੀ। ਇਹ ਅਰਦਾਸ ਕਰਿਆ ਕਰ। ਭਾਈ ਸਾਹਿਬ ਦੇ ਮਨ ਵਿੱਚ ਹੋਰ ਜਗਿਆਸਾ ਜਾਗੀ। ਮਾਤਾ ਵੱਲੋਂ ਸਿਮਰਨ ਦਾ ਨਾਮ ਦਾ ਰੰਗ ਚੜ੍ਹਿਆ, ਪਿਤਾ ਦੀ ਕੁਰਬਾਨੀ ਦਾ ਰੰਗ ਚੜ੍ਹਿਆ, ਕਰੋ ਇਹ ਦਾਤ ਮਿਲੀ ਹੋਈ ਸੀ। ਸਮੇਂ ਨਾਲ ਅੰਮ੍ਰਿਤ ਛਕਿਆ। ਭਾਈ ਸਾਹਿਬ ਰੋਜ਼ ਸਿਮਰਨ ਕਰਨ ਲੱਗੇ। ਕਿਰਤ ਕਰਦਿਆਂ ਇੱਕ ਦਿਨ ਭਾਈ ਸਾਹਿਬ ਦੇ ਕੋਲ ਇੱਕ ਬਜ਼ੁਰਗ ਮੁਸਲਮਾਨ ਆਇਆ ਤੇ ਬੜਾ ਉਦਾਸ, ਬਹੁਤ ਉਦਾਸ। ਉਸਨੂੰ ਪੁੱਛਿਆ, ਬਾਬਾ ਤੂੰ ਭੁੱਖਾ ਤੇ ਆਇਆ ਲੱਗਦਾ ਹੈ? ਕਹਿੰਦਾ, ਹਾਂ ਪੁੱਤਰਾ, ਛਕਿਆ ਕੱਲ ਦਾ ਕੁਝ ਨਹੀਂ। ਉਹਦੇ ਵਾਸਤੇ ਮਾਤਾ ਨੇ ਪ੍ਰਸ਼ਾਦਾ ਤਿਆਰ ਕੀਤਾ। ਪ੍ਰਸ਼ਾਦਾ ਤਿਆਰ ਕੀਤਾ, ਉਸਦੇ ਅੱਗੇ ਰੱਖਿਆ, ਉਹਨੇ ਨਾ ਛਕਿਆ। ਕਹਿੰਦਾ, ਜਵਾਨਾ ਮੇਰੇ ਲੰਘਦਾ ਨਹੀਂ ਪ੍ਰਸ਼ਾਦਾ, ਜੀ ਨਹੀਂ ਕਰਦਾ ਮੇਰਾ। ਕਹਿੰਦੇ, ਕੋਈ ਬੁਖਾਰ ਚੜਿਆ ਹੈ, ਕੋਈ ਬਿਮਾਰੀ ਹੈ, ਕੋਈ ਤਕਲੀਫ ਹੈ? ਕੱਲ ਦਾ ਲੰਗਰ ਨਹੀਂ ਛਕਿਆ ਤੇ ਭੁੱਖ ਕਿਉਂ ਨਹੀਂ ਲੱਗੀ? ਉਹਨੇ ਆਪਣੀ ਦੁੱਖਾ ਭਰੀ ਕਹਾਣੀ ਦੱਸੀ ਕਿ ਮੇਰੀ ਨੌਜਵਾਨ ਲੜਕੀ ਨੂੰ ਪੱਟੀ ਦਾ ਸੂਬੇਦਾਰ ਜਾਫਰ ਬੇਗ ਲੈ ਗਿਆ। ਹਾਲਾਂਕਿ ਮੈਂ ਵੀ ਮੁਸਲਮਾਨ ਹੈ, ਪਰ ਉਹ ਜਾਬਰ ਕਰਕੇ ਮੇਰੀ ਬੇਟੀ ਉਹਦੇ ਨਾਲ ਨਿਕਾਹ ਕਰਨ ਵਾਸਤੇ ਤਿਆਰ ਨਹੀਂ। ਮੈਂ ਬੜੇ ਵਾਸਤੇ ਪਾਏ ਕਿ ਮੈਂ ਬਜ਼ੁਰਗ ਹਾਂ, ਮੇਰੀ ਕਿਤੇ ਵਾਹ ਨਹੀਂ ਚੱਲਣੀ। ਤੇ ਅੱਜ ਮੈਂ ਲਾਹੌਰ ਤੋਂ ਆਇਆ, ਇੱਥੇ ਰਸਤੇ ਵਿੱਚ ਰਾਤ ਪੈ ਗਈ। ਮੈਂ ਤੇਰੇ ਕੋਲੇ ਸਹਾਰਾ ਤੱਕ ਕੇ ਲੋਕਾਂ ਤੋਂ ਪੁੱਛ ਕੇ ਆਇਆ ਵੀ ਇੱਥੋਂ ਤੈਨੂੰ ਪ੍ਰਸ਼ਾਦਾ ਪਾਣੀ ਮਿਲ ਸਕਦਾ, ਪਰ ਮੇਰੀ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਵੀ ਕਿਸੇ ਨੇ ਗੱਲ ਨਹੀਂ ਸੁਣੀ, ਮੈਨੂੰ ਧੱਕੇ ਮਾਰ ਕੇ ਕੱਢ ਦਿੱਤਾ ਉੱਥੋਂ। ਅੱਛਾ, ਇਹ ਗੱਲ ਹੈ, ਕੋਈ ਨਹੀਂ ਬਾਬਾ, ਤੇਰਾ ਇਲਾਜ ਕਰਾਂਗੇ, ਤੇਰਾ ਦੁੱਖ ਦੂਰ ਕਰਾਂਗੇ, ਤੂੰ ਪ੍ਰਸ਼ਾਦਾ ਛਕ ਲਾ। ਹੁਣ ਉਸਦਾ ਨਾਮ ਸੀ ਰਹੀਮ ਬਖਸ਼। ਰਹੀਮ ਬਖਸ਼ ਸੋਚਦਾ ਹੈ ਕਿ ਮੈਨੂੰ ਝੂਠਾ ਹੀ ਦਿਲਾਸਾ ਦਿੰਦਾ ਹੈ, ਵਿਚਾਰੇ ਨੇ ਕੀ ਕਰ ਲੈਣਾ। ਉਹਨੇ ਫਿਰ ਕਿਹਾ ਭਾਈ ਤਾਰੂ ਸਿੰਘ ਨੇ ਕਿ ਬਾਬਾ ਗੱਫਾ ਛਕ ਲਾ, ਤੇਰਾ ਇਲਾਜ ਹੋ ਜਾਏਗਾ, ਗੁਰੂ ਕਿਰਪਾ ਕਰੇਗਾ। ਇਹ ਕਹਿ ਕੇ ਭਾਈ ਤਾਰੂ ਸਿੰਘ ਨੇ ਘੋੜੀ ਤੇ ਸਵਾਰੀ ਕੀਤੀ, ਸ਼ੰਭ ਵਿੱਚ ਬੈਠੇ ਖਾਲਸੇ ਕੋਲ ਪਹੁੰਚਿਆ
ਲੰਗਰ ਲੈ ਕੇ ਜਾਂਦਾ ਹੀ ਸੀ ਗਿਆ, ਤੇ ਤਾਰੂ ਸਿੰਘ ਸੋਚਦਾ ਕਿ ਪਹਿਲਾਂ ਇਹ ਲੰਗਰ ਛਕ ਲੈ, ਨਹੀਂ ਤੇ ਖਾਲਸੇ ਨੇ ਲੰਗਰ ਇੱਥੇ ਹੀ ਛੱਡ ਦੇਣਾ, ਇਹ ਪਹਿਲਾਂ ਮਸਲਾ ਹੱਲ ਕਰਨ ਨੂੰ ਤੁਰ ਪੈਣਗੇ। ਲੰਗਰ ਛਕਿਆ, ਛਕਣ ਤੋਂ ਬਾਅਦ ਕਹਿੰਦਾ ਵੀ ਇੱਕ ਫਰਿਆਦ ਵੀ ਅੱਜ। ਜਹੇਦਾਰ ਕਹਿੰਦਾ ਵੀ ਤਾਰੂ ਸਿੰਘਾ ਇਹ ਨਹੀਂ ਚੰਗਾ ਕੀਤਾ, ਫਰਿਆਦ ਪਹਿਲਾਂ ਦੱਸਣੀ ਸੀ, ਪਰ ਕੋਈ ਗੱਲ ਨਹੀਂ ਦੱਸ। ਜਦੋਂ ਦੱਸਿਆ ਕਿ ਆਹ ਕਹਾਣੀ ਹੈ, ਜਾਫਰ ਬੇਗ ਨੇ ਇੰਨਾ ਧੱਕਾ ਕੀਤਾ ਹੈ, ਤੇ ਕੁਝ ਸਿੰਘ ਕਹਿੰਦੇ ਤਾਰੂ ਸਿੰਘ ਨਾਲ ਜਾਏਗਾ, ਦੱਸੇਗਾ ਕਿੱਥੇ ਆ ਉਹਦਾ ਡੇਰਾ, ਕਿੱਧਰ ਦੀ ਰਸਤਾ ਹੈ, ਤੂੰ ਇਸ ਇਲਾਕੇ ਦਾ ਵਾਕਮ ਹੈ। ਕਹਿੰਦਾ ਮੈਂ ਚੱਲਾਂਗਾ ਹੀ ਨਹੀਂ, ਜੋ ਹੁਕਮ ਲਾਓਗੇ ਤੁਹਾਡੇ ਨਾਲ ਮਦਦ ਕਰਾਂਗਾ, ਯੁੱਧ ਕਰਾਂਗਾ, ਲੜਾਂਗਾ, ਸ਼ਹੀਦੀ ਪਾਉਣੀ ਪਈ ਸ਼ਹੀਦੀ ਪਾਵਾਂਗਾ। ਇਹ ਪਰਉਪਕਾਰ ਕਰਨਾ ਬਣਦਾ। ਦੇਖੋ ਸਰਬੱਤ ਦਾ ਭਲਾ ਕਹਿਣ ਮਾਤਰ ਹੀ ਨਹੀਂ ਹੈ ਸਾਧ ਸੰਗਤ ਜੀ, ਸਰਬੱਤ ਦਾ ਭਲਾ ਕਿਵੇਂ ਹੁੰਦਾ? ਸੂਰਬੀਰ ਯੋਧੇ ਲੈ ਕੇ ਗਿਆ ਪੱਟੀ, ਜਾਫਰ ਬੇਗ ਨੂੰ ਸੋਧਿਆ, ਬੰਨੀ ਹੋਈ ਉਹਦੀ ਲੜਕੀ ਨੂੰ ਛੁਡਾ ਕੇ ਲਿਆਂਦਾ, 4-5 ਸਿੰਘ ਆਏ, ਘੋੜੇ ਤੋਂ ਉਤਾਰੀ ਉਹ ਲੜਕੀ, ਤੇ ਕਰੀਮ ਬਖਸ਼ ਨੂੰ ਕਿਹਾ ਬਾਬਾ ਆਹ ਤੇਰੀ ਪੁੱਤਰੀ ਆ, ਇਹਨੂੰ ਲੈ ਜਾ ਘਰ। ਕਹਿੰਦਾ ਉਹ ਫੇਰ ਆਏਗਾ? ਕਹਿੰਦੇ ਨਹੀਂ, ਉਹ ਸਦਾ ਦੀ ਨੀਂਦ ਸਵਾ ਦਿੱਤਾ, ਮੁੜ ਕੇ ਨਹੀਂ ਆਏਗਾ। ਕਰੀਮ ਬਖਸ਼ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਕਹਿੰਦਾ ਵੀ ਆਹ ਹੀ ਸਰਬੱਤ ਦਾ ਭਲਾ ਹੁੰਦਾ, ਮੈਂ ਤੇ ਸੁਣਿਆ ਹੀ ਸੀ, ਮੇਰੇ ਨਾਲ ਜਾਤ ਦਾ ਵਾਸਤਾ ਕੋਈ ਨਹੀਂ, ਧਰਮ ਦਾ ਵਾਸਤਾ ਕੋਈ ਨਹੀਂ, ਪਰ ਇੱਕ ਜ਼ੁਲਮ ਦੇ ਖਿਲਾਫ ਮਜ਼ਲੂਮ ਦੀ ਰੱਖਿਆ ਕਰਨ ਵਾਸਤੇ ਇਹਨਾਂ ਦੇ ਗੁਰੂ ਨੇ ਇਹੀ ਪਿਰਤਾਂ ਪਾਈਆਂ ਨੇ। ਉਹ ਵਿਚਾਰ ਸਾਧ ਸੰਗਤ, ਇਹਦੀਆਂ ਖਬਰਾਂ ਦੂਰ ਤੱਕ ਫੈਲ ਗਈਆਂ। ਉਧਰੋਂ ਜ਼ਕਰੀਆ ਖਾਨ ਨੇ ਡਿਊਟੀਆਂ ਲਾ ਦਿੱਤੀਆਂ, ਪਤਾ ਕਰੋ ਜਾਫਰ ਬੇਗ ਨੂੰ ਕਿਹਨੇ ਮਾਰਿਆ। ਹਲੇ ਪਤਾ ਹੀ ਕਰਦੇ ਸਨ ਕਿ ਇਸੇ ਦੌਰਾਨ ਸੁਖਾ ਸਿੰਘ ਮਤਾਬ ਸਿੰਘ ਨੇ ਮੱਸੇ ਦਾ ਸਿਰ ਵੜ ਦਿੱਤਾ, ਤੇ ਰੌਲਾ ਪੈ ਗਿਆ ਵੀ ਤੂੰ ਤੇ ਕਹਿੰਦਾ ਸੀ ਸਿੱਖ ਖਤਮ ਕਰ ਦਿੱਤੇ ਨੇ, ਤੇ ਸਿੱਖਾਂ ਨੇ ਤਿਆਤ ਕਰ ਦਿੱਤੀ, ਤੇਰੀ ਨੱਕ ਦੇ ਥੱਲੇ ਹੀ ਏਡੇ ਵੱਡੇ ਵੱਡੇ ਕਤਲ ਹੋਣ ਲੱਗੇ, ਤੇ ਖੈਰ ਤੇਰੀ ਵੀ ਨਹੀਂ। ਸਾਧ ਸੰਗਤ, ਸੁਖਾ ਸਿੰਘ ਮਤਾਬ ਸਿੰਘ ਤੇ ਹੱਥ ਨਾ ਆਏ। ਫਿਰ ਇਹਨਾਂ ਨੇ ਸੂਹ ਕੱਢੀ, ਜਿਹੜਾ ਭਗਤ ਨਰਿੰਜਨੀਆਂ ਜੰਡਿਆਲੇ ਵਾਲਾ ਸੀ ਉਹਨੇ ਜਾ ਕੇ ਸੂਹ ਦਿੱਤੇ। ਉਹ ਕਹਿੰਦਾ ਮੈਂ ਹੈਰਾਨ ਹੈ, ਜ਼ਕਰੀਆ ਖਾਨ ਕਹਿੰਦਾ ਮੈਂ ਹੈਰਾਨ ਹੈ ਵੀ ਇਹਨਾਂ ਦਾ ਲੰਗਰ ਪਾਣੀ ਬੰਦ, ਘਰ ਘਾਟ ਉਜਾੜ ਦਿੱਤੇ, ਇਹ ਕੀ ਖਾਂਦੇ ਆ, ਕਿੱਥੇ ਰਹਿੰਦੇ ਆ? ਕਹਿੰਦਾ ਤੈਨੂੰ ਭੁਲੇਖਾ ਹੈ, ਬਹੁਤ ਸਾਰੇ ਸਿੱਖ ਆਪੇ ਦੀ ਪਰਵਾਹ ਨਾ ਕਰਦੇ ਹੋਇਆ ਇਹਨਾਂ ਨੂੰ ਲੰਗਰ ਵੀ ਛਕਾਉਂਦੇ ਨੇ, ਇਹਨਾਂ ਨੂੰ ਮਦਦ, ਮਾਲੀ ਮਦਦ ਵੀ ਕਰਦੇ ਨੇ, ਲੀੜਾ ਕੱਪੜਾ ਵੀ ਦਿੰਦੇ ਨੇ। ਉਹਨਾਂ ਵਿੱਚ ਹੀ ਇੱਕ ਭਾਈ ਤਾਰੂ ਸਿੰਘ ਹੈ, ਬੜਾ ਨਾਮ ਹੈ ਉਹਦਾ, ਵੇਖਣ ਨੂੰ ਭੋਲਾ ਭਾਲਾ ਹੈ, ਲੋਕ ਉਹਨੂੰ ਭਜਨੀਕ ਕਹਿੰਦੇ ਨੇ, ਬੜੀ ਉਹਦੀ ਮੰਨਤਾ ਹੈ, ਪਰ ਅੰਦਰੋਂ ਉਹ ਸਰਕਾਰ ਦਾ ਬਾਗੀ ਹੈ। ਇੰਨੀਆਂ ਗੱਲਾਂ ਸੁਣ ਕੇ ਉਹਨੇ ਫੌਜ ਚਾੜ ਦਿੱਤੀ ਵੀ ਜਾਓ ਉਹਨੂੰ ਗ੍ਰਿਫਤਾਰ ਕਰਕੇ ਲਿਆਓ। ਅਗਲੇ ਦਿਨ ਪੂਲੇ ਪਿੰਡ ਦੇ ਵਿੱਚ ਐਦੀਏ ਆ ਗਏ, ਬੁਰਾ ਭਲਾ ਬੋਲੇ। ਜਿਹੜਾ ਉੱਥੋਂ ਦਾ ਪਿੰਡ ਦਾ ਸਰਪੰਚ ਸੀ ਉਹਨੂੰ ਕਿਹਾ, ਮੁਖੀ ਨੂੰ, ਵੀ ਤੈਨੂੰ ਨਹੀਂ ਪਤਾ ਕੀ ਹੋ ਰਿਹਾ? ਉਹ ਕਹਿੰਦਾ ਗੱਲ ਕੀ ਹੈ? ਜਦੋਂ ਗੱਲ ਦੱਸੀ ਕਹਿੰਦਾ ਨਹੀਂ ਤੁਹਾਨੂੰ ਝੂਠੀ ਚੁਗਲੀ ਲਾਈ ਕਿਸੇ ਨੇ, ਗਲਤ CID ਦਿੱਤੀ ਹੈ। ਭਾਈ ਤਾਰੂ ਸਿੰਘ ਤੇ ਦੇਵਤਾ ਬੰਦਾ, ਦੇਵਤਾ ਕਿਸੇ ਨੂੰ ਪੁੱਛ ਲਓ, ਮੈਨੂੰ ਛੱਡੋ, ਗੁਆਂਢ ਦੇ ਪਿੰਡ ਨੂੰ ਪੁੱਛ ਲਓ, ਇਲਾਕੇ ਨੂੰ ਪੁੱਛ ਲਓ। ਕਹਿੰਦੇ ਗੱਲ ਅਸੀਂ ਐਵੇਂ ਸੁਣੀ ਹੈ। ਇਹ ਸਭ ਕੁਝ ਹੁੰਦਿਆਂ ਹੋਇਆ ਭਾਈ ਤਾਰੂ ਸਿੰਘ ਬਾਗੀ ਆ। ਕਹਿੰਦੇ ਜਾਫਰ ਬੇਗ ਦਾ ਕਤਲ ਕਿਹਨੇ ਕੀਤਾ? ਕਹਿੰਦੇ ਸਾਨੂੰ ਕੀ ਪਤਾ ਕਿਹਨੇ ਕੀਤਾ। ਕਹਿੰਦੇ ਤੁਹਾਨੂੰ ਦੱਸਾਂਗੇ। ਪਰ ਤਾਰੂ ਸਿੰਘ ਘਰੇ ਨਹੀਂ ਸੀ ਉਸ ਵੇਲੇ। ਭਾਈ ਤਾਰੂ ਸਿੰਘ ਹਲ ਵਾਹੁਣ ਗਿਆ ਹੋਇਆ ਸੀ, ਮਾਤਾ ਨੂੰ ਫੜ ਲਿਆ। ਜਦੋਂ ਘਰੇ ਗਏ, ਮਾਤਾ ਨੇ ਸਿੰਘਾਂ ਵਾਸਤੇ, ਸੰਗਤਾਂ ਵਾਸਤੇ ਰੋਜ਼ ਹੀ ਲੰਗਰ ਪਕਾਉਂਦੀ ਸੀ, ਕਾਫੀ ਲੰਗਰ ਪਕਾ ਕੇ ਰੱਖਿਆ ਸੀ। ਕਹਿੰਦੇ ਮਾਤਾ ਅਸੀਂ ਲਾਹੌਰ ਤੋਂ ਆਏ ਆ। ਕਹਿੰਦੀ ਪੁੱਤ ਕਿਤੋਂ ਵੀ ਆਏ ਆ, ਤੁਸੀਂ ਦੱਸੋ ਲੰਗਰ ਛਕੋਗੇ? ਮੈਂ ਲੰਗਰ ਤਿਆਰ ਕੀਤਾ, ਤੁਸੀਂ ਪ੍ਰਸਾਦਾ ਛਕ ਲਓ। ਚੌਧਰੀ ਦੀ ਕੁਝ ਕੁ ਤੇਵਰ ਠੰਡੇ ਹੋਏ। ਕਹਿੰਦੇ ਮਾਤਾ ਅਸੀਂ ਲੰਗਰ ਛਕਣ ਨਹੀਂ ਆਏ, ਤੇਰੇ ਪੁੱਤ ਨੂੰ ਗ੍ਰਿਫਤਾਰ ਕਰਨ ਆਏ ਆ। ਮਾਤਾ ਬੜੀ ਧੀਰਜ ਵਾਲੀ, ਧੰਨ ਹਨ ਇਹੋ ਜਿਹੀਆਂ ਮਾਤਾਵਾਂ। ਉਹਨੇ ਕਿਹਾ ਜੋ ਕਰਨਾ ਤੁਸੀਂ ਬਾਅਦ ਚ ਕਰ ਲਿਓ, ਤੁਸੀਂ ਦੱਸੋ ਲੰਗਰ ਛਕੋਗੇ?
ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਰਤਾ ਗਿਆਨੀ ਗਿਆਨ ਸਿੰਘ ਲਿਖਦਾ ਹੈ ਕਿ ਕੁਝ ਕੁ ਨੇ ਲੱਸੀ ਪੀਤੀ, ਕੁਝ ਨੇ ਪਾਣੀ ਪੀਤਾ, ਪ੍ਰਸ਼ਾਦਾ ਨਹੀਂ ਛਕਿਆ ਕਿਸੇ। ਪਰ ਹੈਰਾਨ ਸੀ ਨਾਲ ਦੇ ਬੰਦੇ। ਤੇ ਮਾਤਾ ਨੇ ਪੁੱਛਿਆ ਤਾਰੂ ਸਿੰਘ ਦਾ ਕਸੂਰ ਕੀ ਹੈ, ਉਹਨੇ ਕੋਈ ਚੋਰੀ ਕੀਤੀ ਹੈ? ਅਸੀਂ ਤੇ ਹਾਲਾ ਭਰਦੇ ਹਾਂ, ਟੈਕਸ ਦਿੰਦੇ ਹਾਂ, ਕਦੇ ਕਿਸੇ ਚੀਜ਼ ਦੀ ਚੋਰੀ ਨਹੀਂ ਕੀਤੀ, ਧੱਕਾ ਨਹੀਂ ਕੀਤਾ, ਕੀ ਮੇਰੇ ਪੁੱਤ ਦਾ ਗੁਨਾਹ ਹੈ? ਕਹਿੰਦੇ ਤੈਨੂੰ ਵੀ, ਤੇਰੀ ਧੀ ਨੂੰ ਵੀ, ਤੇ ਤੇਰੇ ਪੁੱਤ ਨੂੰ ਵੀ ਫੜ ਕੇ ਅਸੀਂ ਲਾਹੌਰ ਲਿਜਾਣਾ। ਪਿੰਡ ਇਕੱਠਾ ਹੋ ਗਿਆ। ਗੁਆਂਢ ਦੇ ਪਿੰਡਾਂ 'ਚ ਵੀ ਕੁਝ ਬੰਦੇ ਆ ਗਏ। ਆਉਣ ਵਾਲਿਆਂ ਵਿੱਚ ਹਿੰਦੂ ਮੁਸਲਮਾਨ ਵੀ ਸੀਗੇ, ਪਰ ਹਕੂਮਤ ਤੋਂ ਡਰਦੇ। ਬੜੇ ਚਕਰਤ ਸਨ ਕਿ ਇਹ ਕੀ ਹੋ ਰਿਹਾ ਹੈ। ਕਿਸੇ ਨੇ ਹੌਲੀ ਨੇ ਜਾ ਕੇ ਭਾਈ ਤਾਰੂ ਸਿੰਘ ਨੂੰ ਦੱਸਿਆ ਕਿ ਸਰਦਾਰ ਜੀ ਹਲ ਵਾਹੁਣਾ ਛੱਡੋ, ਇਹ ਮੈਂ ਵਾਹ ਦਿਆਂਗਾ, ਖਿਸਕ ਜੋ ਇੱਥੋਂ, ਤੁਹਾਡੇ ਤੇ ਆਫਤ ਆਉਣ ਵਾਲੀ ਹੈ। ਭਾਈ ਤਾਰੂ ਸਿੰਘ ਨੇ ਬੜੇ ਠਰਮੇ ਨਾਲ ਕਿਹਾ 25 ਸਾਲ ਦੀ ਉਮਰ ਹੈ, ਕਾਲਾ ਦਾੜਾ ਹੈ, ਨੌਜਵਾਨੀ ਹੈ, ਸਾਧ ਸੰਗਤ ਜੀ ਅੰਦਰ ਗੁਰੂ ਦੀ ਭਗਤੀ ਹੈ, ਸਿਮਰਨ ਦਾ ਰੰਗ ਚੜਿਆ ਹੋਇਆ ਹੈ। ਕਹਿੰਦਾ ਮੈਂ ਇੱਥੋਂ ਦੌੜ ਜਾਵਾਂ ਸਾਰਾ ਪਿੰਡ ਪੀਸਿਆ ਜਾਏਗਾ, ਮੇਰਾ ਪਿਤਾ ਸ਼ਹੀਦ ਹੋ ਚੁੱਕਾ ਹੈ, ਮਾਤਾ ਦੇ ਸਿਰ ਤੇ ਆਫਤ ਆ ਜਾਏਗੀ, ਇਸ ਕਰਕੇ ਚੱਲ ਮੇਰੇ ਨਾਲ, ਪਿੰਡ ਹੀ ਚੱਲਦੇ ਆ, ਸਾਹਮਣੇ ਹੋ ਕੇ ਪੁੱਛਦੇ ਆ ਆਪਾਂ ਕੋਈ ਚੋਰ ਆ। ਸਾਹਮਣੇ ਗਏ, ਆਓ ਵੇਖੋ, ਕਹਿੰਦੇ ਤਾਰੂ ਸਿੰਘ ਵੀ ਆ ਗਿਆ। ਕਹਿੰਦੇ ਗ੍ਰਿਫਤਾਰ ਕਰ ਲਓ। ਗ੍ਰਿਫਤਾਰ ਕਰ ਲਿਆ, ਹੱਥਕੜੀਆਂ ਲਾ ਲਈਆਂ, ਬੰਨ੍ਹ ਲਿਆ। ਪਰ ਪਿੰਡ ਵਾਲਿਆਂ ਨੇ, ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਕਾਫੀ ਰਿਸ਼ਵਤ ਦੇ ਕੇ, ਧਨ ਦੇ ਕੇ ਭਾਈ ਤਾਰੂ ਸਿੰਘ ਦੀ ਮਾਤਾ ਨੂੰ ਤੇ ਭੈਣ ਨੂੰ ਤਾਂ ਛਡਾਲਿਆ, ਪਰ ਤਾਰੂ ਸਿੰਘ ਨੂੰ ਲੈ ਗਏ। ਉੱਥੋਂ ਆਉਂਦਿਆਂ ਇਹ ਬਚਨ ਬਲਸ ਕਰਦਿਆਂ, ਅਰੈਸਟ ਕਰਦਿਆਂ ਸਮਾਂ ਲੱਗ ਗਿਆ, ਛਾਵਾਂ ਪੈ ਗਈਆਂ ਤੇ ਪਟਾਣੇ ਪਿੰਡ ਗਏ ਤੇ ਉੱਥੇ ਰਾਤ ਪੈ ਗਈ। ਉੱਥੋਂ ਦੇ ਸਰਪੰਚ ਨੂੰ ਕਿਹਾ ਵੀ ਰਸਤਾ ਪਾਣੀਆਂ ਘੋੜਿਆਂ ਨੂੰ ਚਾਰੋ ਤੇ ਸਾਡਾ ਲੰਗਰ ਤਿਆਰ ਕਰੋ। ਚੌਧਰੀਆਂ ਨੇ ਉੱਥੇ ਹੁਕਮ ਚਾੜ ਦਿੱਤਾ ਤੇ ਖਬਰਾਂ ਉੱਥੋਂ ਤੱਕ ਫੈਲ ਗਈਆਂ ਸੀ ਕਿ ਭਾਈ ਤਾਰੂ ਸਿੰਘ ਨੂੰ ਫੜ ਲਿਆ। ਉੱਥੇ ਨੌਜਵਾਨ ਇਕੱਠੇ ਹੋਏ, ਉਹਨਾਂ ਨੇ ਛੁਰੀਆਂ ਬਰਛੇ ਇਕੱਠੇ ਕਰ ਲਏ ਕਿ ਇੱਥੇ ਜਿੰਨੀ ਕੁ ਫੌਜ ਇਹ ਲੈ ਕੇ ਆਏ ਨਾ, 8-10 ਬੰਦੇ ਆ ਪੁਲਿਸ ਦੇ, ਇਹਨਾਂ ਨੂੰ ਝਟਕਾ ਦਈਏ ਤੇ ਭਾਈ ਤਾਰੂ ਸਿੰਘ ਨੂੰ ਛਡਾ ਲਈਏ। ਅੰਦਰੋਂ ਅੰਦਰੀ ਨੌਜਵਾਨਾਂ ਨੇ ਮਤਾ ਪਕਾ ਕੇ ਗੁਰਦੁਆਰਾ ਸਾਹਿਬ ਵਿੱਚ ਇਕੱਤਰਤਾ ਕਰ ਲਈ। ਇੱਕ ਬਜ਼ੁਰਗ ਨੂੰ ਪਤਾ ਲੱਗ ਗਿਆ, ਉਹ ਕਹਿੰਦਾ ਨੌਜਵਾਨੋ ਤੁਸੀਂ ਜੋ ਕਰ ਰਹੇ ਹੋ ਤੁਹਾਨੂੰ ਇਹੀ ਕਰਨਾ ਚਾਹੀਦਾ, ਸ਼ਾਬਾਸ਼ ਤੁਹਾਡੇ, ਪਰ ਇਹਦੇ ਵਿੱਚ ਭਾਈ ਸਾਹਿਬ ਦੀ ਰਾਏ ਵੀ ਲੈ ਲਓ, ਉਹਦੀ ਰਾਏ ਤੋਂ ਪਾਸੇ ਨਹੀਂ ਚੱਲਣਾ ਚਾਹੀਦਾ। ਇੰਨਾ ਸਤਿਕਾਰ ਸੀ ਭਾਈ ਤਾਰੂ ਸਿੰਘ ਦਾ। ਤੂੰ ਕਹਿੰਦੇ ਉਹ ਕੌਣ ਕਰੇਗਾ? ਕਹਿੰਦਾ ਉਹ ਇੰਨਾ ਕੰਮ ਤੇ ਮੈਂ ਕਰ ਦਿਆਂ। ਉਹਨੇ ਘਰੋਂ ਦੁੱਧ ਗਰਮ ਕੀਤਾ, ਸ਼ਾਸਕ ਨੂੰ ਪੁੱਛ ਕੇ ਕਿਹਾ ਕਿ ਮੈਂ ਤਾਰੂ ਸਿੰਘ ਨੂੰ ਦੁੱਧ ਛਕਾਉਣਾ, ਕਹਿੰਦੇ ਛਕਾ ਦੇ। ਉਹਨੂੰ ਸਹਿਜ ਨਾਲ ਪੁੱਛਿਆ ਕਿੱਥੋਂ ਦੇ ਨੌਜਵਾਨਾਂ ਨੇ ਆ ਮਤਾ ਪਕਾਇਆ ਤੇ ਤੈਨੂੰ ਛਡਾਉਣ ਵਾਸਤੇ ਉਹਨਾਂ ਨੇ ਕਮਰ ਕੱਸਾ ਕਰ ਲਿਆ, ਸਿਰਫ ਅਰਦਾਸਾ ਕਰਨਾ ਮੇਰੇ ਜਾਨ ਤੇ। ਉਧਰ ਬਾਬਾ ਦੁੱਧ ਛਕਾਉਣ ਆ ਗਿਆ ਤੇ ਉਧਰ ਨੌਜਵਾਨ 6ਵੇਂ ਪਾਤਸ਼ਾਹ ਦਾ ਗੁਰਦੁਆਰਾ ਪੜਾਣੇ, ਜੇ ਆਪਾਂ ਜਾਈਏ ਨਾ, 6ਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸਾਂ ਕਰਦੇ ਨੌਜਵਾਨ। ਇਹ ਕਮੀਰੀ ਪੀਰੀ ਦੇ ਮਾਲਕ ਭਾਈ ਸਾਹਿਬ ਹਾਂ ਕਰ ਦੇਵੇ, ਬਾਬੇ ਨੂੰ ਕਹਿ ਦੇਵੇ ਕਿ ਨੌਜਵਾਨਾਂ ਨੂੰ ਕਹੋ ਜਿਵੇਂ ਤੁਹਾਡਾ ਜੀ ਆ ਕਰ ਲਓ, ਤੇ ਫਿਰ ਅਸੀਂ ਭਾਵੇਂ ਸ਼ਹਾਦਤਾਂ ਪਾ ਜਾਈਏ, ਤਾਰੂ ਸਿੰਘ ਨੂੰ ਨਹੀਂ ਜਾਣ ਦਿਆਂਗੇ। ਇਹ ਸੋਚ ਰਹੇ ਨੇ। ਉਧਰ ਬਾਬੇ ਨੇ ਪੁੱਛਿਆ, ਭਾਈ ਤਾਰੂ ਸਿੰਘ ਨੇ ਬੜੇ ਠਰਮੇ ਨਾਲ ਕਿਹਾ ਬਾਬਾ ਜੀ ਇਹ ਕੰਮ ਨਾ ਕਰਿਓ। ਕਹਿੰਦੇ ਮੈਨੂੰ ਜਾਪਦਾ ਕਿ ਮੇਰਾ ਸਮਾਂ ਆ ਗਿਆ, ਪਰਖਾਂ ਪੈਣੀਆਂ, ਗੁਰੂ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਦਾ ਹੱਥ ਰੱਖਣਾ ਮੇਰੇ ਤੇ ਆਪਣੀ ਕੌਮ ਨੂੰ ਦੱਸ ਕੇ ਜਾਣਾ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਕਿਵੇਂ ਨਿਭਦਾ। ਜ਼ੁਲਮ ਤਾਂ ਇਹਨੇ ਕਰਨਾ ਹੀ ਆ, ਬਚਾਅ ਮੇਰਾ ਹੈ ਨਹੀਂ ਹੁਣ, ਪਰ ਹੱਸ ਕੇ ਜਾਵਾਂਗੇ, ਹੱਸ ਕੇ ਤੁਸੀਂ ਇਹ ਕੰਮ ਨਾ ਕਰਿਓ। ਜੇ ਮੈਂ ਕਰ ਵੀ ਲਵਾਂ ਤੇ ਅੱਜ ਹੀ ਬਾਗੀ ਹੋਣਾ ਪੈਣਾ। ਇਹ ਸਾਰੇ ਨੌਜਵਾਨਾਂ ਚੋਂ ਕਿੰਨੇ ਤਾਰੂ ਸਿੰਘ ਹੀ ਨੇ ਸਾਰੇ, ਇਹਨਾਂ ਚੋਂ ਕਿੰਨੇ ਜਾਣੇ ਸ਼ਹੀਦ ਹੋ ਜਾਣੇ ਨੇ। ਇਹ ਰਸਤਾ ਨਾ ਚੁਣਿਓ, ਮਨਾ ਕਰ ਦਿੱਤਾ। ਭਾਈ ਤਾਰੂ ਸਿੰਘ ਨੂੰ ਅਗਲੇ ਦਿਨ ਲੈ ਗਏ। ਜਦੋਂ ਲੈ ਗਏ
ਜਾ ਕੇ ਕੈਦਖਾਨੇ 'ਚ ਬੰਦ ਕਰ ਦਿੱਤਾ। ਤੇ ਅਗਲੇ ਦਿਨ ਉਹ ਚਰਖੜੀ ਵਿਖਾਈ, ਜਿਹੜੀ ਪੱਕੀ ਸਥਾਪਿਤ ਕੀਤੀ ਹੋਈ ਚਰਖੜੀ ਨਖਾਸ ਚੌਂਕ ਦੇ ਵਿੱਚ ਲਾਹੌਰ ਵਿੱਚ ਚਰਖੜੀ ਦਿਖਾਈ। ਕਹਿੰਦੇ ਆਹ ਚਰਖੜੀ ਆ ਜਿੱਤੇ ਅਨੇਕਾਂ ਹੀ ਸਿੰਘ ਚਾੜ ਚਾੜ ਕੇ ਅਸੀਂ ਬੋਟੀਆਂ ਉਡਾਤੀਆਂ। ਦੱਸ ਕਹਿੰਦੇ ਜਾਫਰ ਬੇਗ ਦਾ ਕਤਲ ਕਿਹਨੇ ਕੀਤਾ ਹੈ? ਭਾਈ ਤਾਰੂ ਸਿੰਘ ਠਰਮੇ 'ਚ ਕਹਿੰਦਾ ਵੀ ਦੇਖੋ ਮੈਂ ਕੋਈ ਚੋਰ ਨਹੀਂ, ਮੈਂ ਕੋਈ ਗੁਨਾਹਗਾਰ ਨਹੀਂ। ਅਸਲ ਵਿੱਚ ਕਹਿੰਦੇ ਜਾਫਰ ਬੇਗ ਗੁਨਾਹਗਾਰ ਸੀ। ਉਹ ਸਾਡੀ ਜਾਤ ਦੀ ਔਰਤ ਨਹੀਂ ਸੀ, ਉਹ ਤੁਹਾਡੀ ਵੀ ਜਾਤ ਦੀ ਔਰਤ ਸੀ ਜਿਹਦਾ ਉਹ ਸੱਤ ਭੰਗ ਕਰਨਾ ਚਾਹੁੰਦਾ ਸੀ। ਉਹਦਾ ਪਿਤਾ ਖਾਲਸੇ ਕੋਲੇ ਫਰਿਆਦੀ ਹੋਇਆ ਤੇ ਉਹਦੀ ਫਰਿਆਦ ਸੁਣ ਕੇ ਉਹਦਾ ਦੁੱਖ ਦੂਰ ਕੀਤਾ। ਅਸੀਂ ਕੀਤਾ। ਤੂੰ ਆਪਣਾ ਗੁਨਾਹ ਤੇ ਕਹਿੰਦੇ ਮੰਨ ਹੀ ਲਿਆ, ਹੁਣ ਤੈਨੂੰ ਪਤਾ ਤੇਰੇ ਨਾਲ ਕੀ ਹੋਵੇਗਾ। ਰਸਤਾ ਇੱਕੋ ਹੀ ਹੈ। ਕਹਿੰਦੇ ਤੂੰ ਸਿੰਘਾਂ ਨੂੰ ਲੰਗਰ ਵੀ ਛਕਾਉਣਾ ਹੈ, ਬਾਗੀਆਂ ਨੂੰ ਸ਼ਹਿ ਦੇਣਾ ਹੈ। ਸਾਧ ਸੰਗਤ ਜੀ ਇਹ ਸਾਰਾ ਕੁਝ ਆਪਣੇ ਨਾਲ ਹੁਣੇ ਹੀ ਹੋ ਕੇ ਹਟਿਆ। ਕਹਿੰਦੇ ਬਾਗੀਆਂ ਨੂੰ ਸ਼ਹਿ ਦੇਣਾ, ਤੂੰ ਪ੍ਰਸ਼ਾਦਾ ਛਕਾਉਣਾ ਹੈ। ਤੇ ਫਿਰ ਕਹਿੰਦੇ ਹੁਣ ਇੱਕੋ ਹੀ ਰਸਤਾ ਹੈ, ਦਾੜੀ ਕਟਾ ਦੇ, ਇਸਲਾਮ ਨੂੰ ਧਾਰਨ ਕਰ ਲਾ ਤੇ ਆਪਦੇ ਪੰਥ ਦੀ ਗੱਲ ਕਰਨੀ ਛੱਡ ਦੇ। ਭਾਈ ਸਾਹਿਬ ਦੀਆਂ ਭਾਵਾਂ ਚੜ੍ਹ ਗਈਆਂ ਤੇ ਕਹਿਣ ਲੱਗਾ ਅਸੀਂ ਤੇ ਰੋਜ਼ ਹੀ ਅਰਦਾਸ ਕਰਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਿਓ ਸਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਕਹਿੰਦਾ ਇਹਦਾ ਕੀ ਮਤਲਬ? ਉਹ ਕਹਿੰਦਾ ਇਹਦਾ ਸਿੱਧਾ ਜਿਹਾ ਮਤਲਬ ਹੈ, ਜੇ ਸਵਾਸ ਆਉਂਦੇ ਆ ਤਾਂ ਸਰੀਰ ਹੈਗਾ, ਤੇ ਜੇ ਕੇਸ ਹੈਗੇ ਤਾਂ ਅਸੀਂ ਸਿੱਖ ਹੈਗੇ। ਇੰਨਾ ਸੰਬੰਧ ਹੈ, ਜਿੰਨਾ ਸਵਾਸਾਂ ਦਾ ਸੰਬੰਧ ਸਰੀਰ ਨਾਲ ਹੈ ਉਹਨਾਂ ਹੀ ਕੇਸਾਂ ਦਾ ਸੰਬੰਧ ਸਿੱਖੀ ਨਾਲ ਹੈ। ਸਾਧ ਸੰਗਤ ਜਦੋਂ ਬਚਨ ਕਹੇ, ਅੱਜ ਆਪਾਂ ਵੀ ਝਾਤੀ ਮਾਰ ਕੇ ਵੇਖੀਏ, ਆਪਣੇ ਆਪ ਦਾੜੀਆਂ ਕੇਸ ਕੱਟਣ ਲੱਗ ਪਏ। ਬੀਬੀਆਂ ਦੇ ਦਾੜੀਆਂ ਨਹੀਂ ਆਉਂਦੀਆਂ ਪਰ ਵੱਟੇ ਹੀ ਕੱਟ ਦਿੰਦੀਆਂ। ਇੱਕ ਪਾਸੇ ਭਾਈ ਤਾਰੂ ਸਿੰਘ ਕਹਿੰਦਾ ਸਾਡਾ ਸੰਬੰਧ ਇੰਨਾ ਜਿੰਨਾ ਸਰੀਰ ਦਾ ਸੰਬੰਧ ਸਵਾਸਾਂ ਨਾਲ ਹੈ। ਧੰਨ ਗੁਰੂ ਕੇ ਸਿੱਖ ਨੇ ਜਿੰਨਾ ਇਹ ਅਰਦਾਸ ਬਣਾਈ ਕਿ ਗੁਰੂ ਕੇ ਸਿੱਖਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ। ਧੰਨ ਹੈ ਗੁਰੂ ਕੇ ਸਿੱਖ, ਧੰਨ ਹੈ ਭਾਈ ਤਾਰੂ ਸਿੰਘ। ਜਦੋਂ ਇਹ ਗੱਲ ਜ਼ਕਰੀਆ ਖਾਨ ਨੇ ਸੁਣੀ ਤੇ ਉਹਨੂੰ ਤਾਂ ਸੱਤੀ ਕੱਪੜੀ ਅੱਗ ਲੱਗ ਗਈ। ਕਹਿਣ ਲੱਗਾ ਮਾਰ ਮਾਰ ਜੁੱਤੀਆਂ ਤੇਰੇ ਸਿਰ ਵਿੱਚ, ਤੇਰੇ ਕੇਸ ਵੀ ਡਾ ਦਿਆਂਗਾ ਤੇ ਤੈਨੂੰ ਵੀ ਤੋੜ ਦਿਆਂਗਾ ਇਸ ਜਹਾਨ ਚੋਂ। ਜਦੋਂ ਕੇਸਾਂ ਤੇ ਗੱਲ ਆਈ ਨਾ, ਭਾਈ ਤਾਰੂ ਸਿੰਘ ਨੂੰ ਜੋ ਮਰਜ਼ੀ ਕਹਿ ਲੈਂਦਾ, ਉਹ ਸਹਿਜ ਸੁਭਾਅ ਵਿੱਚ ਸੀ। ਪਰ ਜਦੋਂ ਸਿੱਖੀ ਤੇ ਗੱਲ ਆਈ ਤੇ ਸੁਭਾਵਕ ਭਾਈ ਸਾਹਿਬ ਨੂੰ ਵੀ ਗੁੱਸਾ ਆ ਗਿਆ। ਕਹਿੰਦਾ ਉਹ ਜ਼ਾਲਮਾ, ਤੂੰ ਜੁੱਤੀਆਂ ਮਾਰ ਕੇ ਕੇਸ ਕਿਵੇਂ ਮੇਰੇ ਡਾ ਦੇਗਾ? ਜੁੱਤੀਆਂ ਦੇ ਅੱਗੇ ਲਾ ਕੇ ਤੈਨੂੰ ਇਸ ਜਹਾਨ ਚੋਂ ਜਹਨਤ 'ਚ ਭੇਜਾਂਗਾ, ਅੱਗੇ ਲੈ ਕੇ ਜਾਵਾਂਗਾ। ਨਾਲ ਹੀ ਬਚਨ ਕਹੇ ਤੇ ਨਾਲ ਹੀ ਆਪੇ ਅੰਦਰ ਝਾਤੀ ਮਾਰੀ ਭਾਈ ਤਾਰੂ ਸਿੰਘ ਨੇ ਕਿ ਸਤਿਗੁਰੂ ਪਾਤਸ਼ਾਹ ਕੇਵਲ ਜਜ਼ਬਾਤੀ ਨਹੀਂ, ਮੈਂ ਤਾਂ ਆਪਦੇ ਚਰਨਾਂ ਦਾ ਆਸਰਾ ਲੈ ਕੇ ਹੀ ਚੱਲਿਆ ਉੱਥੋਂ। ਮੇਰਾ ਆਪਣਾ ਕੋਈ ਜ਼ੋਰ ਨਹੀਂ, ਮੇਰੀ ਕੋਈ ਸ਼ਕਤੀ ਨਹੀਂ। ਇਸ ਕਰਕੇ ਕਲਾ ਤਾਂ ਆਪ ਜੀ ਦੀ ਵਰਤਣੀ ਹੈ, ਪਰ ਇਹ ਆਪ ਮੁਹਾਰੇ ਬਚਨ ਮੂੰਹ ਵਿੱਚੋਂ ਨਿਕਲ ਗਏ ਨੇ, ਹੁਣ ਕਿਰਪਾ ਕਰਿਓ। ਕਹਿੰਦੇ ਚੰਗਾ ਦੇਖਦੇ ਆ। ਉਸੇ ਦਿਨ ਸਾਧ ਸੰਗਤ ਦੀ ਚਰਖੜੀ ਤੇ ਇਸ ਢੰਗ ਨਾਲ ਚੜਾਇਆ ਗਿਆ ਕਿ ਇਹਨੂੰ ਮੌਤ ਨਾ ਹੋਵੇ, ਇਹਨੂੰ ਤਸੀਹੇ ਦੇਣੇ ਆ। ਸਾਧ ਸੰਗਤ ਜੀ ਅਧਮੁਆ ਕਰਕੇ ਚਰਖੜੀ ਤੋਂ ਲਾਇਆ ਤੇ ਫਿਰ ਤੀਸਰੇ ਦਿਨ ਸੁਰਤ ਆਈ। ਫਿਰ ਕਿਹਾ ਕਿ ਹੁਣ ਇਹਦੇ ਕੇਸ ਕੱਟ ਦਿਓ, ਸਾਹਮਣੇ ਹੀ ਕੇਸ ਕੱਟ ਦਿਓ, ਇਹਦੇ ਪਤਾ ਲੱਗੇ, ਇਹਨੂੰ ਵੇਖਦੇ ਕਿਵੇਂ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਦੀ ਆ। ਭਾਈ ਤਾਰੂ ਸਿੰਘ ਨੇ ਸੁਣਿਆ ਵੀ ਅਨੋਖਾ ਤਸੀਹਾ ਦੇਣ ਲੱਗੇ। ਫਿਰ ਹੱਥ ਜੁੜ ਗਏ, ਅੰਤਰਾਤਮਾ ਦੇ ਨਾਲ ਧਿਆਨ ਧਰਿਆ, ਕਿਉਂਕਿ ਸਾਮਣ ਸਰਸੀ ਕਮਨੀ ਚਰਨ ਕਮਲ ਸਿਓ ਪਿਆਰ। ਪਿਆਰ ਤਾਂ ਸੀਗਾ ਨਾ, ਉਹਨਾਂ ਚਰਨਾਂ ਦਾ ਧਿਆਨ ਧਰ ਕੇ ਕਿਹਾ ਕਲਗੀਧਰ ਪਾਤਸ਼ਾਹ, ਆਹ ਹੁਣ ਮੇਰੇ ਵੱਸ ਦੀ ਗੱਲ ਨਹੀਂ। ਮੇਰੇ ਸਰੀਰ ਦਾ ਪੁਰਜਾ ਹੋ ਜੇ, ਬੰਦ ਕੱਟਿਆ ਜਾਵੇ, ਮੈਂ ਖੁਸ਼ੀ ਨਾਲ ਜਾਰਾਂਗਾ, ਪਰ ਮੇਰੇ ਕੇਸ ਕੱਟੇ ਜਾਣ, ਇਹ ਮੈਂ ਕਿਵੇਂ ਦੇਖਾਂਗਾ? ਇਹ ਹੁਣ ਤੁਸੀਂ ਪਤ ਰੱਖਣੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਹੁਕਮ ਪਗਾਇਆ, ਜਿਸ ਨਾਲ ਜੋਰ ਨਾ ਚੱਲੀ ਖਲੇ ਕੀ ਚੈ ਅਰਦਾਸ, ਨਾਨਕ ਜੋਰ ਗੋਬਿੰਦ ਕਾ
ਪੂਰਨ ਗੁਣਤਾਸ। ਸਾਧ ਸੰਗਤ ਜੀ, ਨਾਈ ਸੱਦੇ, ਕੇਸ ਕੱਟਣ ਦੇ ਯਤਨ ਕੀਤੇ, ਕੇਸ ਨਹੀਂ ਕੱਟੇ ਗਏ। ਜਦੋਂ ਕਿਹਾ ਵੀ ਕੇਸ ਨਹੀਂ ਕੱਟੇ ਜਾ ਰਹੇ, ਕੈਂਚੀ ਨਰਮ ਲੱਗਦੀ ਹੈ ਕੇਸਾਂ ਨਾਲੋਂ, ਜ਼ਕਰੀਆ ਖਾਨ ਕਹਿੰਦਾ ਜ਼ਰੂਰ ਭਾਈ ਸਾਹਿਬ ਨੇ ਇਹਨਾਂ ਦੇ ਕੰਨ 'ਚ ਕਿਹਾ ਖੋ ਕੇ ਰਿਸ਼ਵਤ ਦਿੱਤੀ ਹੋਵੇਗੀ, ਤੇ ਜਾਂ ਇਹ ਜਾਹੋ ਜਲਾਲ ਤੋਂ ਡਰ ਗਏ ਹੋਣੇ ਵੀ ਸਿੱਖਾਂ ਦੇ ਵਿੱਚ ਸ਼ਕਤੀਆਂ ਹੁੰਦੀਆਂ। ਉਹ ਕਹਿੰਦੇ ਨਹੀਂ, ਇਹ ਤੁਸੀਂ ਆਪ ਚੈੱਕ ਕਰ ਲਓ। ਫਿਰ ਮੋਚੀ ਸੱਦਿਆ ਵੀ ਰੰਬੀਆਂ ਨਾਲ ਖੋਪੜ ਉਤਾਰ ਦਿਓ। ਅੰਦਰ ਹੀ ਅੰਦਰ ਭਾਈ ਸਾਹਿਬ ਬੜਾ ਪ੍ਰਸੰਨ ਹੋਇਆ ਵੀ ਆਹ ਗੱਲ ਠੀਕ ਹੈ, ਖੋਪੜ ਲੱਥੇਗਾ, ਕੇਸਾਂ ਦੇ ਨਾਲ ਹੀ ਲੱਥੇਗਾ ਨਾ, ਕੇਸ ਤਾਂ ਨਹੀਂ ਕੱਟੇ ਜਾਣਗੇ। ਬੜੀ ਮਨ 'ਚ ਪ੍ਰਸੰਨਤਾ ਆਈ। ਸੱਦਿਆ ਗਿਆ, ਜਲਾਦ ਸੱਦਿਆ, ਉਹਨੇ ਰੰਬੀਆਂ ਨਾਲ ਖੋਪਰੀ ਤਾਰ ਦਿੱਤੀ ਤੇ ਭਾਈ ਸਾਹਿਬ ਦੇ ਸਰੀਰ 'ਚੋਂ ਖੂਨ ਦੇ ਪੁਹਾਰੇ ਫੁੱਟੇ, ਦਾੜਾ ਭਿੱਜਿਆ, ਸਰੀਰ ਭਿੱਜ ਗਿਆ। ਪਰ ਭਾਈ ਸਾਹਿਬ ਨੇ ਇਸ ਤਰ੍ਹਾਂ ਆਸਣ ਲਾਇਆ ਹੋਇਆ, ਦੋਨੇ ਹੱਥ ਧਰਤੀ ਤੇ ਪਿਛਲੇ ਪਾਸੇ ਲਾਏ ਹੋਏ ਨੇ ਤੇ ਟਿਕਾ ਵਿੱਚ ਬੈਠਾ, ਕੋਈ ਸੀ ਤੱਕ ਨਹੀਂ ਕੀਤੀ। ਜਲਾਦ ਹੈਰਾਨ ਨੇ, ਜ਼ਕਰੀਆ ਖਾਨ ਹੈਰਾਨ ਹੈ। ਪਰ ਜਦ ਰਾਤ ਗਿਆ ਨਾ, ਹੁਣ ਇੱਥੇ ਭਾਈ ਸਾਹਿਬ ਦੇ ਬਚਨ ਪੂਰੇ ਹੋਣ ਲੱਗੇ। ਸਾਧ ਸੰਗਤ, ਜ਼ਕਰੀਆ ਖਾਨ ਮਹਿਲ ਵਿੱਚ ਗਿਆ ਤੇ ਜਾਂਦੇ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਸਾਰੀ ਰਾਤ ਲੰਘ ਗਈ, ਵਿਲਕਦਾ ਰਿਹਾ। ਸਵੇਰ ਚੜ੍ਹਦਿਆਂ ਵੈਦ ਸੱਦੇ, ਮੁੱਲਾ ਕਾਜੀ ਸੱਦੇ ਵੀ ਮੈਨੂੰ ਕੋਈ ਕੁਰਾਨ ਸ਼ਰੀਫ ਪੜ੍ਹ ਕੇ ਸੁਣਾਓ, ਮੈਨੂੰ ਮੇਰਾ ਦਰਦ ਹਟ ਜੇ, ਕੋਈ ਵੈਦ ਲੱਭੋ ਮੇਰਾ ਇਲਾਜ ਕਰੇ। ਪਰ ਕੋਈ ਇਲਾਜ ਨਾ ਹੋਇਆ। ਤੇ ਮਨੇ ਮਨ ਵਿੱਚ ਜਿਹੜੇ ਸਿਆਣੇ ਬੁੱਧੀਵਾਨ ਸਿਦਕਵਾਨ ਵਿੱਚ ਕਾਜੀ ਸੀ, ਉਹ ਕਹਿਣ ਲੱਗੇ ਕਿ ਇੱਕ ਧਰਮਾਤਮਾ ਬੰਦੇ ਨੂੰ ਤੂੰ ਬਹੁਤ ਤਸੀਹੇ ਦਿੱਤੇ ਆ, ਸ਼ਾਇਦ ਉਹ ਕਾਰਨ ਨਾ ਬਣਿਆ ਹੋਵੇ। ਕਹਿੰਦਾ ਹੋ ਸਕਦਾ ਹੈ। ਤੇ ਭਾਈ ਸ਼ਬੇਗ ਸਿੰਘ ਵੀ ਜੇਲ੍ਹ ਵਿੱਚ ਸੀ, ਉਹਨੂੰ ਸੱਦਿਆ, ਬੰਦੀਖਾਨੇ ਵਿੱਚ ਸੀ। ਉਹਦੇ ਮੂਹਰੇ ਤਰਲਾ ਪਾਇਆ ਵੀ ਮੈਨੂੰ ਬਖਸ਼ਾ ਦਿਓ ਭਾਈ ਤਾਰੂ ਸਿੰਘ ਤੋਂ। ਸ਼ਬੇਗ ਸਿੰਘ ਕਹਿੰਦਾ ਵੀ ਕਿਵੇਂ ਬਖਸ਼ਾ ਦਾਂ? ਉਹ ਬੇਪਰਵਾਹ ਬੰਦਾ ਹੈ, ਰੱਬ ਨਾਲ ਜੁੜਿਆ ਹੋਇਆ ਹੈ। ਤਾਂ ਕਿ ਕਹੋ ਪਰਵਾਹ ਕਾਹੂ ਕੀ ਜੇ ਗੋਪਾਲ ਸੁਹਾਏ। ਕਹਿੰਦੇ ਹੁਣ ਮੇਰੀ ਪਰਵਾਹ ਕੋਈ, ਮੇਰੇ ਪ੍ਰਤੀ ਕੋਈ ਬਚਨ ਇਹੋ ਜਿਹਾ ਕਰ ਦਿੱਤਾ, ਕੁਲਾਂ ਨਾਸ ਹੋ ਜਾਣਗੀਆਂ ਮੇਰੀਆਂ, ਮੈਂ ਨਹੀਂ ਕਰ ਸਕਦਾ। ਕਹਿੰਦੇ ਤੂੰ ਆਈ ਮੇਰੇ ਵੱਲੋਂ ਜਾ ਕੇ ਕਹਿ ਦੇ ਵੀ ਮੈਂ ਤੇਰੇ ਪੈਰੀਂ ਹੱਥ ਲਾਉਣਾ, ਮੈਂ ਤੈਨੂੰ ਨਮਸਕਾਰ ਕਰਦਾ, ਮੈਨੂੰ ਇੱਕ ਵਾਰੀ ਬਖਸ਼ ਲਾ, ਮੇਰੇ ਵੱਲੋਂ ਕਹਿ ਦੇ ਜਾ ਕੇ। ਕਹਿੰਦਾ ਹਾਂ ਇਹ ਗੱਲ ਹੋ ਸਕਦੀ ਹੈ। ਉਹਦੇ ਵੱਲੋਂ ਜਾ ਕੇ ਕਿਹਾ। ਜਦੋਂ ਜਾ ਕੇ ਕਿਹਾ ਤੇ ਭਾਈ ਤਾਰੂ ਸੇ ਕਹਿੰਦਾ ਵੀ ਮੈਂ ਨਹੀਂ ਕਰ ਸਕਦਾ ਕੁਛ, ਮੈਂ ਤੇ ਬਚਨ ਕੀਤੇ ਆ। ਹਾਂ ਕਹਿੰਦੇ ਖਾਲਸਾ ਪੰਥ ਕਰ ਸਕਦਾ। ਵੇ ਕਿੱਡੀ ਵੱਡੀ ਵਡਿਆਈ ਹੈ, ਆਪ ਸਮਰੱਥ ਕਰ ਸਕਦਾ ਸਭ ਕੁਝ। ਕਹਿੰਦਾ ਖਾਲਸਾ ਪੰਥ ਕਰ ਸਕਦਾ ਹੈ। ਫਿਰ ਇਹੀ ਪਰਚੀ ਲੈ ਕੇ ਫਿਰ ਜਿੱਥੇ ਸਿੰਘ ਜੰਗਲਾਂ 'ਚ ਛੁਪੇ ਹੋਏ ਸੀ ਉੱਥੇ ਭੇਜਿਆ ਸ਼ਬੇਗ ਸਿੰਘ ਨੂੰ। ਉਹਨਾਂ ਮਤਾ ਪਕਾਇਆ ਤੇ ਸਾਰੀ ਗਾਥਾ ਸੁਣੀ। ਸਭ ਨੇ ਕਿਹਾ ਧੰਨ ਹੈ ਭਾਈ ਤਾਰੂ ਸਿੰਘ, ਧੰਨ ਹੈ। ਤੇ ਫਿਰ ਕੀਤਾ ਕੀ, ਮਤਾ ਪਕਾ ਕੇ ਕੀ ਕਿਹਾ, ਸਮਾਂ ਭਾਈ ਸਮਾਪਤ ਹੋ ਗਿਆ, ਮੈਂ ਸਿਰਫ 1 ਮਿੰਟ ਦੀ ਗੱਲ ਕਰਕੇ ਸਮਾਪਤ ਕਰਾਂ। ਮਤਾ ਕੀ ਪਕਾਇਆ? ਮਤਾ ਪਕਾਇਆ ਕਿ ਜਾ ਕੇ ਭਾਈ ਸਾਹਿਬ ਦਾ ਬਚਨ ਪੂਰਾ ਕਰੋ, ਭਾਈ ਸਾਹਿਬ ਦਾ ਜੋੜਾ ਲਿਜਾਓ, ਜ਼ਕਰੀਆ ਖਾਨ ਦੇ ਸਿਰ 'ਚ ਮਾਰੋ, ਉਹਦਾ ਬੰਨ ਤਾਂ ਖੁੱਲ ਜਾਏਗਾ ਪਰ ਬਚ ਨਹੀਂ ਸਕੇਗਾ। ਇਹ ਬਚਨ ਆ ਉਹਦੇ, ਤੇ ਨਹੀਂ ਬਚ ਸਕੇਗਾ ਤੇ ਫਿਰ ਪੰਥ ਦੇ ਕਾਰਜ ਕਰਾਓ ਨਾਲ। ਸਭ ਤੋਂ ਪਹਿਲਾਂ ਕਿਹਾ ਜਿੰਨੇ ਬੰਦੀ ਬਣਾਏ ਹੋਏ ਸਿੰਘ ਹੈ, ਬੰਦੀ ਸਿੰਘਾਂ ਨੂੰ ਛਡਾਓ, ਚਰਖੜੀਆਂ ਪੱਟ ਦਿਓ ਜਿਹੜੀਆਂ ਬਣੀਆਂ ਹੋਈਆਂ, ਜਿਹੜੇ ਤਸੀਹੇ ਖਾਨੇ ਆ ਖਤਮ ਕਰੋ, ਤੇ ਜਿਹੜੇ ਪਿੰਡ ਸਾਡੇ ਮੱਲੇ ਹੋਏ ਖੋਏ ਆ ਵਾਪਸ ਦਿਓ। ਜ਼ਕਰੀਆ ਖਾਨ ਨੇ ਸਭ ਕੁਝ ਮੰਨਿਆ ਕੀਤਾ। ਅੱਜ ਵੀ ਅਸੀਂ ਕਹਿੰਦੇ ਹਾਂ ਬੰਦੀ ਸਿੰਘ ਛੱਡੋ, ਪਰ ਅਸੀਂ ਕਹਿੰਦੇ ਹੀ ਹਾਂ ਸਾਡੇ 'ਚ ਕੋਈ ਭਾਈ ਤਾਰੂ ਸਿੰਘ ਹੈ ਨਹੀਂ, ਸਾਡੇ 'ਚ ਕਮੀਆਂ ਕਮਜ਼ੋਰੀਆਂ, ਸਾਡਾ ਨਿਤਨੇਮ ਨਹੀਂ ਰਿਹਾ, ਸਾਡਾ ਜੀਵਨ ਨਹੀਂ ਰਿਹਾ, ਅਸੀਂ ਤੇ ਮਤੇ ਪਾਉਣ ਵਾਲੇ ਹੀ ਹਾਂ। ਹਾਂ ਇੱਕ ਗੱਲ ਹੈਗੀ, ਕਲਗੀਧਰ ਪਾਤਸ਼ਾਹ ਬੜਾ ਸਮਰੱਥ ਹੈ, ਉਹ ਕਿਸੇ ਵੇਲੇ ਵੀ ਭਾਈ ਤਾਰੂ ਸਿੰਘ ਦੀ ਸ਼ਕਤੀ ਪ੍ਰਗਟ ਕਰ ਸਕਦਾ ਹੈ। ਸਮੇਂ ਦੇ ਹਾਕਮਾਂ ਨੂੰ ਅੱਜ ਵੀ ਸਿੱਖਾਂ ਦੀ ਇਹ ਫਰਿਆਦ ਸੁਣ ਲੈਣੀ ਚਾਹੀਦੀ ਹੈ ਵੀ ਬੰਦੀ ਸਿੰਘ ਛੱਡੋ। ਰਹੋ ਵਿਚਾਰ ਭਾਈ ਜਦੋਂ ਤਾਰੂ ਸਿੰਘ ਜੁੱਤੀ ਲਗਾਏ ਨਾ, ਮਖਮਲ ਦੇ ਕੱਪੜੇ 'ਚ ਲਪੇਟੀ ਤੇ ਜਾ ਕੇ ਮਾਰਨ ਲੱਗੇ। ਕਹਿੰਦਾ ਥੋੜਾ ਜਿਹਾ ਆਰਾਮ ਆਉਂਦਾ, ਥੋੜਾ ਜਿਹਾ। ਕਹਿੰਦੇ ਫਿਰ ਸ਼ਰਮ ਕਿਉਂ ਕਰਦੇ ਆ? ਮਖਮਲ ਦੇ ਕੱਪੜੇ 'ਚੋਂ ਜੁੱਤੀ ਬਾਹਰ ਕੱਢੋ, ਸ਼ਰੇਆਮ ਮਾਰੋ। ਭਾਈ ਸਾਹਿਬ ਦੀਆਂ ਜੁੱਤੀਆਂ ਸਿਰ 'ਚ ਪਈਆਂ,
ਤੇ ਬੰਨ ਖੁੱਲਿਆ। ਸਾਧ ਸੰਗਤ ਇੱਕ ਦਿਨ 'ਚ ਇੱਕ ਵਾਰੀ ਮਾਰਨ ਦੇ ਨਾਲ ਹੀ ਬੰਨ ਖੁੱਲਦਾ ਸੀ। 4 ਦਿਨ ਹੋਰ ਇਸੇ ਤਰ੍ਹਾਂ ਜੁੱਤੀਆਂ ਖਾ ਕੇ ਜ਼ਕਰੀਆ ਖਾਨ ਮਰ ਗਿਆ। ਭਾਈ ਸਾਹਿਬ ਨੂੰ ਜਾ ਕੇ ਰਿਪੋਰਟ ਦਿੱਤੀ ਕਿ ਭਾਈ ਸਾਹਿਬ ਜੀ ਜ਼ਕਰੀਆ ਖਾਨ ਫੌਤ ਹੋ ਗਿਆ। ਕਹਿੰਦਾ ਮੇਰਾ ਇੰਨਾ ਹੀ ਕੰਮ ਸੀ, ਹੁਣ ਸੱਦੋ। ਸ਼ਾਹਬੇਜ ਸਿੰਘ ਨੂੰ ਸੱਦਿਆ ਗਿਆ। ਕਹਿੰਦੇ ਸਿੰਘ ਸੱਦੋ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਲ ਲਿਆਓ। ਜਲ ਲਿਆਂਦਾ। ਭਾਈ ਸਾਹਿਬ ਨੇ ਇਸ਼ਨਾਨ ਕੀਤਾ, ਆਪਣੇ ਆਪ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਕਹਿੰਦਾ ਜਿਹੜੇ ਪੰਥ ਨੂੰ ਇਹ ਮਿਟਣਾ ਚਾਹੁੰਦੇ ਨੇ ਤੇ ਕਹਿੰਦੇ ਤੁਸੀਂ ਮੇਰੇ ਨਾਲ ਪੜ੍ਹਿਓ, ਦੇਖਿਓ ਸਮੁੱਚੇ ਬ੍ਰਹਿਮੰਡ ਦੇ ਵਿੱਚੋਂ ਇਹ ਆਵਾਜ਼ਾਂ ਆਉਣਗੀਆਂ। ਜਿਹੜੇ ਪੰਥ ਨੂੰ ਕਲਗੀਧਰ ਪਾਤਸ਼ਾਹ ਨੇ ਸਾਜਿਆ ਉਹਨੂੰ ਕੋਈ ਦਬਾ ਨਹੀਂ ਸਕਦਾ। ਸਾਰੇ ਪੜ੍ਹਿਓ ਗੱਜ ਕੇ ਕੀ ਕੜਿਆ। ਇਹ ਪੜ੍ਹਿਆ ਤੇ ਭਾਈ ਸਾਹਿਬ ਸਦਾ ਦੀ ਨੀਂਦ ਸੌਂਗੇ। ਪੜ੍ਹਿਓ ਸਾਰੇ ਗੱਜ ਕੇ। ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ, 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 ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ, ਪੰਥ ਤੇਰੇ ਦੀਆਂ ਗੂੰਜਾਂ। ਇਸ ਤਰ੍ਹਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਕੇ ਪੰਥ ਦੀਆਂ ਗੂੰਜਾਂ, ਪੰਥ ਦੀਆਂ ਗੂੰਜਾਂ ਪਾ ਕੇ ਭਾਈ ਸਾਹਿਬ ਸ਼ਹਾਦਤ ਪਾ ਗਿਆ। ਉਹਨਾਂ ਦੀ ਸ਼ਹਾਦਤ ਦਾ ਅੱਜ ਦਿਨ ਹੈ। ਸਾਰੇ ਸਿੱਖਾਂ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਸਿੱਖੀ ਵਾਲੇ ਪਾਸੇ ਪਰਤਣਾ ਚਾਹੀਦਾ, ਸੋਚਣਾ ਚਾਹੀਦਾ ਹੈ। ਨਾਨਕ ਹਰਿ ਜੀ ਮਾਇਆ ਕਰ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਗੁਰਸਿੱਖ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰ ਕਰ। ਸ਼ਬਦ ਸਵਾਰਨ ਹਾਰ। ਕਿ ਕੇਵਲ ਸ਼ਬਦ ਹੀ ਹੈ, ਗੁਰੂ ਦਾ ਨਾਮ ਸ਼ਬਦ ਹੈ, ਕੋਈ ਸਾਡੀ ਜ਼ਿੰਦਗੀ ਨੂੰ ਜੀਵਨ ਨੂੰ ਸਵਾਰਨ ਵਾਲਾ ਹੈ। ਸਾਵਨ ਤਿਨਾ ਸੁਹਾਗਣੀ। ਸਾਉਣ ਦਾ ਮਹੀਨਾ ਉਹਨਾਂ ਵਾਸਤੇ ਉਹਨਾਂ ਸੁਹਾਗ ਵਰਗਵੰਤ ਬੀਬੀਆਂ ਵਾਲਾ ਹੈ ਜਿਹੜਾ ਭਾਈ ਸਾਉਣ ਦੇ ਮਹੀਨੇ ਵਿੱਚ ਪ੍ਰਮਾਤਮਾ ਨਾਲ ਜੁੜੇਗਾ। ਜਿਨ ਰਾਮ ਨਾਮ ਔਰ ਹਾਰ। ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਆਪਣੇ ਗਲੇ ਦਾ ਹਾਰ ਬਣਾ ਲਿਆ। ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰ ਰਹੀਆਂ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਸਮਾਂ 2-3 ਮਿੰਟ ਵੱਧ ਲੱਗ ਗਿਆ। ਖਿਮਾ ਕਰਨ ਪ੍ਰਬੰਧਕ ਤੇ ਸੰਗਤ, ਸਾਧ ਸੰਗਤ। ਸਤਿਗੁਰੂ ਰਹਿਮਤ ਕਰੇ, ਬੇਅੰਤ ਗਲਤੀਆਂ ਭੁੱਲਾਂ ਹੋਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਸਿੱਖੀ ਬਖਸ਼ੇ, ਸਾਡੀ ਸਿੱਖੀ ਵੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਇਹ ਅਰਦਾਸ ਵੀ ਕਰੀਏ, ਯਤਨ ਵੀ ਕਰੀਏ ਤੇ ਸਿਮਰਨ ਵੀ ਕਰੀਏ। ਸਤਿਗੁਰੂ ਜੀ ਰਹਿਮਤ ਕਰਨਗੇ। ਅਖੀਰ ਵਿੱਚ ਸਭ ਪ੍ਰਬੰਧਕਾਂ ਦਾ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਰਦਾਸ ਦੇ ਨਾਲ ਪਾਠ ਕਰਨ ਵਾਲੇ ਵੀ ਭਾਈ ਰਣਜੀਤ ਸਿੰਘ ਹੀ ਹਨ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਭਾਈ ਜੀ। ਨਾਨਕ ਹਰਿ ਜੀ ਮਾਇਆ ਕਰ। ਸਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ। ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।